ਜਿੰਨਾ ਤੁਸੀਂ ਪ੍ਰੈਕਟੀਕਲ ਦੇ ਵਿੱਚ ਜਾਣਾ ਹੈ ਨਾ ਉਤਨਾ ਹੀ ਤੁਸੀਂ ਇਸ ਚੀਜ਼ ਨੂੰ ਜਲਦੀ ਪਿਕ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਜਿੰਨਾ ਮਰਜ਼ੀ ਦੱਸਦਾ ਰਹਾਂ, ਸੁਣੀ ਸੁਣਾਈ ਗੱਲਾਂ ਸਨ, ਪ੍ਰੈਕਟੀਕਲ ਨਹੀਂ ਸੀ। ਬਦਾਮ ਅਸੀਂ ਕਬੂਤਰਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ। ਅਸੀਂ ਮੂੰਗਫਲੀ ਜਿਹੜੀ ਹੈ ਉਹਦੇ ਬਾਰੇ 'ਚ ਕਹਿੰਦੇ ਨੇ ਕਿ ਉਹਦੇ ਸੋਚਣਾ ਜ਼ਿਆਦਾ ਹੈ, ਲੇਕਿਨ ਅਸੀਂ ਤਜਰਬੇ ਨਹੀਂ ਕਰਦੇ ਉਹਦੀ ਵਜ੍ਹਾ। ਫਿਰ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਜੀ ਇਹਨੂੰ ਸੇਫ ਕਰਨਾ ਹੈ ਜਾਂ ਇਹਨੂੰ ਅੱਗੇ ਉਡਾ। ਮੋਸਟਲੀ ਅੱਛੇ ਬੱਚੇ ਉਡਾਏ ਜਾਂਦੇ ਮੋਸਟਲੀ, ਲੇਕਿਨ ਉਹਦੇ ਵਿੱਚ ਜਿਹੜਾ ਅੱਛਾ ਉੱਡਣ ਵਾਲਾ ਹੋ ਸਕਦਾ, ਇਹ ਕਬੂਤਰ ਅੱਛਾ ਬਰੀਡਰ ਹੋ ਸਕਦਾ। ਪਤਾ ਮੀਰਪੁਰ ਦੇ ਵੀ ਨੈਟ ਸ਼ੈਟ ਬੰਦ ਹੋ ਗਏ ਸਨ, ਜਿਹਦੀ ਵਜ੍ਹਾ ਕੋਈ ਪੋਸਟ ਸ਼ੋਸ ਨਹੀਂ ਸਾਡੀ ਲੱਗ ਸਕੀ ਨਾ ਕੋਈ। अस्सलाम वालेकुम मेरे तो भराओ की हाल है, ठीक हो से ठीक है। उम्मीद है सब लोग ठीक होगे, खैरियत नाल होगे, फिट फाट होगे। मैं एक दफ़ा फिर आ गया थोड़े अपने विलाग शानी 99 विजन तो ते अज तुसीं मुंतकल हो लगे। मैं खलोते हैं इस गल्ले कि अज तुहानू मीरपुर जेड़े जेठ चैंपियन होए ने ना, प्यारे वीर जेड़े ने, बड़े शहजादे जे वीर ने, ते उन्हां नाल तुहानू मुलाकात कराने अज स्पेन वापस आए ने पाकिस्तान तो चलो उन्हां नाल जेड़े ने ਤੁਹਾਨੂੰ ਮੁਲਾਕਾਤ ਕਰਾਉਂਦੇ ਆ। ਤੇ ਤੱਕ ਲਵਿਓ, ਤੱਕ ਕੇ ਤੋਂ ਫਿਰ ਮੈਨੂੰ ਦੱਸਿਓ ਬਈ ਤੁਸੀਂ ਫਿਰ ਹੀ ਗੱਲ ਰਵੇ ਦੀ, ਨਹੀਂ ਤੇ ਮੈਂ ਹੁਣ ਤੁਹਾਨੂੰ ਦੱਸ ਰਿਹਾ ਤੇ ਫਿਰ ਫਾਇਦਾ ਕੋਈ ਨਹੀਂ ਹੋਣਾ। ਚਲੋ ਮੈਂ ਇੰਤਜ਼ਾਰ ਕਰਨਾ ਪਿਆ ਘਰ ਹੀ ਹਾਂ, ਤੇ ਜੂੰ ਹੀ ਫਿਰ ਜਿੱਦਾਂ ਆਮਦੇ ਨੇ ਨਾ ਫਿਰ ਜੀ ਜਾ ਕੇ ਬਹਿਨੇ ਆ, ਗੱਪਸ਼ਪ ਮਾਰਨੇ ਆ, ਫਿਰ ਤੁਹਾਡੇ ਵੀਰਾਂ ਭਰਾਵਾਂ ਦੇ ਨਾਲ ਸ਼ੇਅਰ ਕਰਨੇ ਆ ਪਾਕਿਸਤਾਨ ਦੀ ਕਬੂਤਰਬਾਜ਼ੀ ਦੇ ਹਾਲਾਤ। ਜੀ ਵੀਰੋ, ਜਿਹੜੀ ਗੱਲ ਮੈਂ ਤੁਹਾਨੂੰ ਕਰੂ ਦੱਸ ਕੇ ਨਿਕਲਿਆ ਨਾ, ਮੈਂ ਹੁਣ ਪਹੁੰਚ ਗਿਆ ਭਾਈ ਸਾਹਿਬ ਹੋਰਾਂ ਦੇ ਕੋਲ। ਤੇ ਹੁਣ ਬਗੈਰ ਭਾਈ ਸਾਹਿਬ ਨੂੰ ਮੈਂ ਦੱਸਿਆ ਕੋਈ ਉਹਨਾਂ ਨੇ ਮੈਂ ਸਵਾਲ ਜਵਾਬ ਨਹੀਂ ਦੱਸੇ ਵੀ ਮੈਂ ਤੁਹਾਡੇ ਕੋਲ ਕੀ ਪੁੱਛਣਾ। ਤੇ ਨਾਲ ਹੁਣ ਉਹਨਾਂ ਦੇ ਮਾਰਨੇ ਆ ਗੱਪਾਂ, ਤੇ ਨਾਲ ਉਹਨਾਂ ਕੋਲ ਪੁੱਛਦੇ ਆ ਜੂਨ ਦਾ ਸ਼ੌਕ ਕਹਿੰਦਾ ਰਿਹਾ ਨੇ ਉਹਨਾਂ ਦਾ। ਪਾਕਿਸਤਾਨ ਵਿੱਚ ਗਰਮੀ ਹੈ ਇਸ ਵਾਰੀ ਕੀਂਦੀ ਹੋਈ ਹੈ, ਤੇ ਅੱਗੇ ਆਉਣ ਵਾਲੇ ਟਾਈਮ ਵਿੱਚ ਜੇ ਮੌਸਮ ਇੰਝ ਹੀ ਰਿਹਾ ਤੇ ਫਿਰ ਕੀ ਸ਼ੁਗਲ ਬਣੇਗਾ ਪਾਕਿਸਤਾਨ ਵਿੱਚ। ਬਾਈ ਜੇ ਜੇਠ ਦੇ ਮੌਸਮ ਵਿੱਚ ਆਇੰਦਾ ਮੌਸਮ ਇੱਕਦਮ ਚੇਂਜ ਹੋ ਜੇ ਤੇ ਉੱਥੇ ਵਿਚਾਰੇ ਸ਼ਿਕਾਰੀ ਕੁਝ ਵੀ ਨਹੀਂ ਕਰ ਸਕਦੇ। ਤੇ ਉਹ ਹੁਣ ਪ੍ਰੈਕਟੀਕਲ ਕਰਕੇ ਆਏ ਨੇ, ਉਹਨਾਂ ਕੋਲ ਪੁੱਛਦੇ ਆ ਬਾਈ ਹੁਣ ਕੀ ਹਿਸਾਬ ਹੈ, ਕੀ ਸ਼ੁਗਲ ਹੋਣਾ ਅੱਗੇ, ਕੀ ਜਾ ਕੇ ਕਿੰਝ ਹੋਣਾ। ਹਾਂਜੀ ਤੇ ਵੀਰੋ ਤੱਕੋ ਹਾਂ ਭਾਈ ਸਾਹਿਬ ਕੌਣ ਆ ਗਏ ਨੇ ਤੁਹਾਡੇ ਇਸ ਟਾਈਮ ਤੁਹਾਡੇ ਸਾਹਮਣੇ ਨੇ ਮੀਰਪੁਰ ਦੇ ਚੈਂਪੀਅਨ ਸੈयद ख्यामजा ਸਾਹਿਬ। ਤੇ ਪਾਕਿਸਤਾਨ ਤੋਂ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਵਾਪਸੀ ਹੋ ਗਈ ਉਹਨਾਂ ਦੀ, ਤੇ ਅੱਜ ਅਸੀਂ ਆਹ ਚਲੋ ਵਿਲਾਗ ਬਣਾਉਂਦੇ ਹਾਂ, ਕਾਫੀ ਦੇ ਵਿਲਾਗ ਬਣਾਉਂਦੇ ਹਾਂ, ਨਾਲ ਗੱਪਾਂ ਮਾਰਦੇ ਹਾਂ ਤੁਹਾਡੇ ਵੀਰਾਂ ਭਰਾਵਾਂ ਦੇ ਕਿ ਪਾਕਿਸਤਾਨ ਵਿੱਚ ਇਸ ਵਾਰੀ ਜੇਠ ਜਿਹੜਾ ਉੱਡਿਆ ਉਹਦੇ ਵਿੱਚ ਗਰਮੀ ਕਿਤਨੀ ਹੋਈ ਹੈ ਤੇ ਮੌਸਮ ਕਿੰਝ ਦਾ ਰਿਹਾ। ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਆਖਣਾ ਪਿਆ ਉਹ ਸਾਰੀਆਂ ਗੱਲਾਂ 'ਤੇ ਗੱਲ ਕਰਨੀ ਆ। ਜੀ ਬਾਦਸ਼ਾਹ ਕੀ ਹਾਲ ਹੈ, ਠੀਕ ਹੋ ਸੇ? ਠੀਕ ਹੈ ਮਾਸ਼ਾਅੱਲਾ ਜੀ। अस्सलाम वालेकुम फाइज़ान, अल्हम्दुलिल्लाह ठीक ठाक, अल्लाह पाक का शुक्र है। तुसी अपनी सुनाओ, सेहत भी ठीक है? जी शुक्र अल्हम्दुलिल्लाह, अल्लाह का शुक्र है, फिट फाट हाँ। तो जिस तरह कि तुहानू पूछा बई इस बार तुसी तो प्रैक्टिकल करके आए हो जेठ भी, तो के महसूस किया जे तुसी जेठ दे विच बई मौसम जिहड़ा एकदम चेंज होंदा उत्थे फिर विचारे उस्ताद के कर सकते हैं? भाई जिशान, मौसम चेंज की जिहड़ी गल है ना, उत्थे तो सिंपल गल है भी उत्थे तो ऐपां भी काम करनियां छोड़ गईयां सन। रात ਨੂੰ ਤੁਸੀਂ ਦੇਖ ਰਹੇ ਹੋ ਮੌਸਮ ਬਿਲਕੁਲ ਤੁਹਾਨੂੰ ਕਲੀਅਰ, ਸਾਰਾ ਦਿਨ ਉਹਨਾਂ ਨੇ ਕਲੀਅਰ ਦੱਸਿਆ ਹੈ ਔਰ ਦੱਸਿਆ ਕਿ ਤੁਹਾਡਾ 40 41 42 ਟੈਂਪਰੇਚਰ ਜਾਣਾ ਹੈ। ਠੀਕ ਹੈ। ਤੁਸੀਂ ਉਸ ਹਿਸਾਬ ਨਾਲ ਕਬੂਤਰ ਨੂੰ ਤਿਆਰੀ ਦੇ ਕੇ ਸਵੇਰ ਜੂਝ ਫੜਕ ਦਾ ਟਾਈਮ ਆਉਂਦਾ ਉਸ ਟਾਈਮ ਤੱਕ ਤੇ ਬਾਰਿਸ਼ ਦਾ ਮੌਸਮ ਖਰਾਬ, ਮੌਸਮ ਚੇਂਜ ਹੋ ਜਾਂਦਾ ਉੱਥੇ ਬੰਦਾ ਯਕਦਮ ਬੰਦਾ ਖਿਲਾੜੀ ਚੰਗਾ ਭਲਾ ਜਿਹੜਾ ਖੁਦ ਉਹ ਪਰੇਸ਼ਾਨ ਹੋ ਜਾਂਦਾ ਵੀ ਇੱਥੇ ਕੀ ਕਰੇ ਬੰਦਾ। ਬਿਲਕੁਲ ਇਹ ਗੱਲ ਹੈ ਭਾਈ, ਰਾਤੀ ਟੈਂਪਰੇਚਰ ਹੀ ਕੁਝ ਹੋਰ ਹੈ, ਸਵੇਰ ਤਿਆਰ ਹੀ ਤੁਸੀਂ ਕਬੂਤਰ ਕਿਸੇ ਹੋਰ ਤਰੀਕੇ ਨਾਲ ਬੰਦਾ ਕਰਦਾ ਹੈ, ਅੱਗੇ ਕੁਝ ਹੋਰ ਹੋ ਜਾਂਦਾ ਹੈ। ਮਤਲਬ ਇਹ ਮੌਸਮੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨਾਲ ਬੰਦਾ ਕੁਝ ਬੜਾ ਉੱਥੇ ਬੜਾ ਤੇ ਫਿਰ ਅੱਲਾਹ ਤਵੱਕਲ ਹੀ ਹੈ, ਤੇ ਅੱਲਾਹ ਤਵੱਕਲ ਹੀ ਕਰਕੇ ਤੁਸੀਂ ਸ਼ੌਕ ਕਰਨਾ ਫਿਰ। ਜੀ ਜੀ। ਕਿਉਂਕਿ ਉਸ ਟਾਈਮ ਤੇ ਅਚਾਨਕ ਤੁਸੀਂ ਕਬੂਤਰ ਨੂੰ ਜਿਸ ਟਾਈਮ ਸਮਝੋ ਮੋਹਰਾਂ ਲਵਾਉਣ ਲੱਗੇ ਉਸ ਤੋਂ ਥੋੜੀ ਦੇਰ ਪਹਿਲਾਂ ਮੌਸਮ ਤੁਸੀਂ ਤੱਕਿਆ ਖਰਾਬ ਹੋਇਆ, ਉਸ ਟਾਈਮ ਤੇ ਤੁਸੀਂ ਕੀ ਕਰ ਸਕਦੇ ਹੋ ਕਬੂਤਰ ਨੂੰ? ਨਾ ਤੇ ਤੁਸੀਂ ਉਹਨੂੰ ਜਿਹੜਾ ਰਾਤ ਨੂੰ ਤੁਸੀਂ ਉਹਨਾਂ ਨੂੰ ਕੋਈ ਛੇੜਖਾਨੀ ਕੀਤੀ ਉਹਦਾ ਕੋਈ ਤਰੋੜ ਕਰ ਸਕਦੇ ਹੋ। ਜੇਕਰ ਤਰੋੜ ਕਰੋਗੇ ਕਬੂਤਰ ਤੁਹਾਡੇ ਫਿਰ ਖਰਾਬੀ ਵਾਲੇ ਪਾਸੇ ਚਲੇ ਜਾਣਗੇ, तो बड़ा मुश्किल हो जाता है। बिल्कुल। लेकिन माशाल्लाह अच्छा शौक रहा, बड़ा शुगल मिल रहा, मतलब गुड लक दी गल आ गई है जी। ऐसा मौसम होवे तो गुड लक है। शौक भाई जिशान मौसम जिंज दा भी होवे ना, कबूतर दी मेरे ख्याल विच जितना कि मेरा मनना है कि 50% ਤੁਹਾਡੀ ਤਿਆਰੀ ਹੈ ਤੇ ਬਾਕੀ 50% ਤੁਹਾਡੀ ਗੁੱਡ ਲੱਕ ਹੈ। ਮੌਸਮ ਭਾਵੇਂ ਖਲੋਤਾ ਹੋਵੇ ਪਰ ਮੌਸਮ ਖਰਾਬ ਹੀ ਹੋਣਾ ਤੇ ਵਿੱਚ ਇਹ ਚਾਂਸ ਹੋਣਗੇ ਨਾ ਕਿ ਚਲੋ ਯਾਰ ਮੌਸਮ ਜੇ ਕੋਈ ਕਬੂਤਰ ਰਿਹਾ ਤੇ ਉਹ ਬਾਜ਼ ਵਗੈਰਾ ਤੁਰਵੇਦਾ। ਮੈਂ ਉਹ ਅਰਜ਼ ਕਰ ਰਿਹਾ ਨਾ, ਉਹਦੇ 'ਚ ਵੀ ਤੁਹਾਡੀ ਲੱਕ ਹੀ ਫਿਰ ਆ ਜਾਂਦੀ ਹੈ। ਆ ਥੋੜੀ ਉਹਦੇ 'ਚ ਵੀ ਲੱਕ ਆ ਜਾਂਦੀ ਹੈ, ਕਿਉਂਕਿ ਮੈਂ ਹੁਣ ਤੁਹਾਨੂੰ ਦੱਸੀਏ ਕਿ 7ਵੀਂ ਫਿਰਤ ਰਾਸਟ ਮੇਰਾ ਕਬੂਤਰ ਜਿਹੜਾ ਮੇਰਾ ਹਮੇਸ਼ਾ 6 ਵਜੇ 6:30 7 ਵਜੇ ਤੱਕ ਹੀ ਜਾਂਦਾ ਰਿਹਾ ਕਬੂਤਰ 골ਡਨ। ਸੁਬਾਹ ਦੇ ਟਾਈਮ ਕਬੂਤਰ ਜਮ ਡਾਇਨ ਮੌਸਮ ਬੜਾ ਸੋਹਣਾ ਸਾਫ ਸੁਥਰਾ ਮੌਸਮ ਹੈ, 10 ਕਬੂਤਰ ਬੈਠੇ ਨੇ ਮੇਰੇ ਖਿਆਲ ਉਸ ਦਿਹਾੜੇ 109 ਘੰਟੇ ਜਾਂ 110 ਘੰਟੇ ਦੱਸਾਂ ਨਾ। ਠੀਕ ਹੈ। ਇੱਕ ਕਬੂਤਰ ਜਿਹੜਾ ਹੈ ਉਹ ਨਹੀਂ ਬਹਿ ਸਕਿਆ ਕਿਉਂਕਿ ਉਹ ਬੜਾ ਪੱਕਾ ਕਬੂਤਰ ਘਰ ਦਾ ਮੇਰੇ ਖਿਆਲ ਦੂਸਰਾ ਸਾਲ ਸੀ ਉਹਨੂੰ ਉੱਡਦਿਆਂ,
ਉਹ ਜਾ ਕੇ ਬਣੀ ਲੈ ਕੇ ਪੈਰੀ ਬਾਸ। ਲੇਕਿਨ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਉਸ ਦੇ ਨਾ ਬਹਿਣ ਨਾਲ ਵੀ ਅਸੀਂ ਮੈਂ ਕਿ ਤਕਰੀਬਨ 17-18 ਟੂਰਨਾਮੈਂਟ ਉਡਾਏ ਸਨ, ਜਿਹੜੇ 7 ਰੋਜ਼ਾ ਸਨ, ਜਿਹੜੇ ਜ਼ਿਆਦਾਤਰ ਉਹ ਸਾਰਿਆਂ 'ਚ ਅਲਹਮਦੁਲਿਲਾ ਪਹਿਲੀ ਪੋਜੀਸ਼ਨ ਹੈ ਮੇਰੀ। ਸਹੀ। ਕਿਉਂਕਿ ਸਾਡੇ ਤੁਹਾਨੂੰ ਪਤਾ ਮੀਰਪੁਰ ਦੇ ਵੀ ਨੈਟ ਸ਼ੈਟ ਬੰਦ ਹੋ ਗਏ ਸਨ, ਜਿਹਦੀ ਵਜ੍ਹਾ ਕੋਈ ਪੋਸਟ ਸ਼ੋਸ ਨਹੀਂ ਸਾਡੀ ਲੱਗ ਸਕੀ, ਨਾ ਕੋਈ ਬਣ ਨਹੀਂ ਸਕੀ, ਕੋਈ ਇੰਟਰਵਿਊ ਨਹੀਂ ਅਸੀਂ ਉਹ ਦੇ ਸਕੇ। ਹਾਲੀ ਵੀ ਮੀਰਪੁਰ ਦੇ ਹਾਲਾਤ ਜਿਸ ਤਰ੍ਹਾਂ ਦੇ ਆ ਤੁਹਾਨੂੰ ਸਾਰਿਆਂ ਭਰਾਵਾਂ ਨੂੰ। ਤੇ ਲੱਕ ਜਿਹੜੇ ਨਾ ਲੱਕ ਮੇਰੇ ਖਿਆਲ ਵਿੱਚ ਗਰਮੀ ਸਰਦੀ ਜਿੰਜ ਦਾ ਵੀ ਮੌਸਮ ਹੋਵੇ ਨਾ, ਲੱਕ ਤੁਹਾਡੀ ਮੋਸਟ ਇੰਪੋਰਟੈਂਟ ਹੈ। ਅੱਛਾ ਕਬੂਤਰ ਔਰ ਨਾਲ ਲੱਕ, ਬਿਲਕੁਲ ਦੋਏ ਚੀਜ਼ਾਂ ਕਬੂਤਰ ਤੇ ਮੋਸਟ ਇੰਪੋਰਟੈਂਟ ਹੈ ਨਾ। ਉਹ ਤੇ ਪਹਿਲਾਂ ਕਬੂਤਰ ਹੀ ਅਗਰ ਹੈ, ਅੱਛਾ ਨਹੀਂ ਹੈ ਤੇ ਤੁਸੀਂ ਲੱਕ ਤੁਹਾਡੀ ਜਿੰਨੀ ਮਰਜ਼ੀ ਚੰਗੀ ਹੋਵੇ ਤੁਹਾਡਾ ਉਹ ਤੁੱਕਾ ਉਹਨੂੰ ਤੁੱਕਾ ਆ ਸਕਣੀ ਆ। ਜੇ ਕਬੂਤਰ ਅੱਛੇ ਨਹੀਂ ਤੇ ਤੁਹਾਡਾ ਕੋਈ ਉੱਡ ਗਿਆ ਤੇ ਚਲੋ ਉਹਨੂੰ ਤੁੱਕਾ ਆ ਸਕਣੀ। ਇੱਕ ਦਿਨ ਤੁਹਾਡਾ ਤੁੱਕਾ ਲੱਗ ਸਕਦਾ, 2 ਦਿਨ ਲੱਗ ਸਕਦਾ। ਜਦੋਂ ਮਸਲਸਲ ਤੁਸੀਂ ਕਬੂਤਰ ਉਡਾਉਂਦੇ ਹੋ ਓਟ ਹੋਵੇਦਾ ਫਿਰ ਉਹਦੇ ਵਿੱਚ ਬੜਾ ਮੁਸ਼ਕਲ ਉਹ ਵਿਚਾਰਾ ਅਟੈਕ ਹੋਵੇਦਾ। ਬਿਲਕੁਲ। ਤੇ ਉਹਦੇ ਤੋਂ ਬਾਅਦ ਤੁਸੀਂ ਹੁਣ ਮਾਸ਼ਾਅੱਲਾ ਜਿਹੜੇ ਆਪਣੇ ਘਰ ਬਰੀਡਿੰਗ ਵਿੱਚ ਕਬੂਤਰ ਪਾਏ ਨੇ, ਉਹ ਹੁਣ ਕਬੂਤਰ ਜਿਹੜੇ ਨੇ ਮਾਸ਼ਾਅੱਲਾ ਕੁਝ ਨਾ ਵਿੱਚ ਉੱਡੇ ਹੋਣੇ ਨੇ, ਕੁਝ ਕਬੂਤਰ ਤੁਸੀਂ ਆਪਣੇ ਜਿਤਨਾ ਕੁਝ ਤੁਹਾਨੂੰ ਤਜਰਬਾ ਹੋ ਗਿਆ ਮਾਸ਼ਾਅੱਲਾ। ਮੈਂ ਵੀ ਇੱਥੇ ਤੁਹਾਨੂੰ ਤੱਕਣਾ ਪਿਆ ਬਈ ਇਤਨਾ ਟਾਈਮ ਹੋ ਗਿਆ, ਬਚਪਨ ਤੋਂ ਮੈਂ ਤੁਹਾਨੂੰ ਤੱਕਣਾ ਆਉਣਾ ਪਿਆ। 11-12 ਸਾਲ 10 ਸਾਲ ਦੀ ਉਮਰ ਵਿੱਚ ਜਿਹੜਾ ਤੁਹਾਨੂੰ ਇਹ ਸ਼ੌਕ ਪੈ ਗਿਆ। ਤੁਸੀਂ ਉਸ ਟਾਈਮ ਕਬੂਤਰਾਂ ਦੀਆਂ ਵੀਡੀਓ ਅਸੀਂ ਉਸ ਟਾਈਮ ਇਕੱਠੇ ਬਹਿ ਕੇ ਕੱਢਦੇ ਹੁੰਦੇ ਚੱਕਦੇ ਤੇ ਉਹ ਤੁਸੀਂ ਹੁਣ ਉਹਦੇ ਵਿੱਚ ਤੁਸੀਂ ਕੀ ਆਖਦੇ ਹੋ ਕਿ ਭਾਈ ਜੀ ਬੰਦੇ ਨੂੰ ਇੱਕ ਵਕਤ ਆਉਂਦਾ ਨਹੀਂ ਕਿ ਬੰਦਾ ਸਮਝ ਜਾਂਦਾ ਤਾਂ ਕਿ ਯਾਰ ਇਹ ਕਬੂਤਰ ਜਿਹੜਾ ਅੱਛਾ ਉੱਡਣ ਵਾਲਾ ਹੋ ਸਕਦਾ, ਇਹ ਕਬੂਤਰ ਅੱਛਾ ਬਰੀਡਰ ਹੋ ਸਕਦਾ। ਮੈਂ ਭਾਈ ਜ਼ਿਸ਼ਾਨ ਜਿਹੜਾ ਨਾ ਇੱਕ ਉਸਤਾਦ ਹਨ, ਅੱਲਾ ਉਹਨਾਂ ਦੀ ਜ਼ਿੰਦਗੀ ਕਰਾਏ, ਉਹਨਾਂ ਨੇ ਜਦੋਂ ਮੈਂ ਨਵੀਂ ਕਬੂਤਰਬਾਜ਼ੀ ਸ਼ੁਰੂ ਕੀਤੀ ਨਾ ਤੇ ਕਬੂਤਰ ਪਛਾਣ ਜਿਹੜੀ ਹੈ ਮੈਨੂੰ ਉਹਨਾਂ ਨੇ ਬੜਾ ਉਹਨਾਂ ਨੇ ਗਾਈਡ ਕੀਤਾ ਬਹੁਤ ਜ਼ਿਆਦਾ, ਯਾਨੀ ਕਿ ਮੈਂ ਬਹੁਤ ਕੁਝ ਉਹਨਾਂ ਕੋਲੋਂ ਸਿੱਖਿਆ। ਠੀਕ ਹੈ। ਉਹਨਾਂ ਨੂੰ ਨਾ ਮੈਂ ਇੱਕ ਸਵਾਲ ਇਹ ਕੀਤਾ ਜਿਹੜਾ ਤੁਸੀਂ ਮੇਰੇ ਕੋਲ ਕਰਦੇ ਹੋ ਨਾ ਕਿ ਹੁਣ ਜਿੱਥੇ ਸਾਨੂੰ ਅਕਸਰ ਲੋਕ ਬੁਲਾਉਂਦੇ ਨੇ, ਦਾਵਤ ਦਿੰਦੇ ਨੇ ਵਿਸ਼ਾ ਜੀ ਆਓ ਕਬੂਤਰ ਸਾਡੇ ਤੱਕ ਜਾਓ, ਕਿਉਂਕਿ ਇਲਾਕੇ 'ਚ ਲੋਕ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਜਾਣਦੇ ਹਨ। ਨਾਲੇ ਜਦੋਂ ਬੰਦਾ ਚੈਂਪੀਅਨ ਬਣ ਜਾਂਦਾ ਤੇ ਆਟੋਮੈਟਿਕ ਬੰਦੇ ਆਦੇ ਨੇ ਕਿ ਬੰਦਾ ਆ ਕੇ ਜਿਹੜਾ ਯਾਰ ਸ਼ੋਅ ਕਰਨ ਚੈੱਕ ਕਰਨ ਸਾਡੇ ਕਬੂਤਰ ਕੈਸੇ ਨੇ। ਮੈਂ ਉਹਨਾਂ ਕੋਲੋਂ ਇਹ ਸਵਾਲ ਕੀਤਾ, ਮੈਂ ਜੀ ਉਸਤਾਦ ਜੀ ਹੁਣ 1000 ਕਬੂਤਰ ਨੂੰ ਬਾਰ-ਬਾਰ ਤਾਂ ਨਹੀਂ ਫੜ ਸਕਦੇ। ਉਹਨਾਂ ਨੇ ਮੈਨੂੰ ਜਿਹੜਾ ਜਵਾਬ ਦਿੱਤਾ ਨਾ ਉਹ ਅੱਜ ਦਿਨ ਤੱਕ ਮੇਰੇ ਜ਼ਿਹਨ ਵਿੱਚ ਹੈ, ਉਹ ਮੈਂ ਭਰਾਵਾਂ ਨਾਲ ਸ਼ੇਅਰ ਕਰਨਾ ਚਾਹਨਾ। ਉਹ ਆਦੇ ਨੇ ਕਿ ਸ਼ਾਹ ਜੀ ਜਿਹੜਾ ਕਬੂਤਰ ਤੁਹਾਨੂੰ ਟੁਰਦਾ ਫਿਰਦਾ ਨਜ਼ਰ ਨੂੰ ਚੰਗਾ ਲੱਗਿਆ ਨਾ ਉਹਨੂੰ ਫੜ ਲਵੋ, ਉਹ ਯਕੀਨਨ ਕਬੂਤਰ ਹੋ ਸਕਦਾ ਹੈ। ਮੇਰੇ ਦਿਲ ਦੀ ਗੱਲ ਕਰ, ਯਾਨੀ ਕਿ ਜਿਹੜਾ ਨਜ਼ਰ ਨੂੰ ਚੀਜ਼ ਚੰਗੀ ਲੱਗਦੀ ਹੈ ਨਾ ਉਹ ਯਕੀਨਨ ਚੰਗੀ ਹੁੰਦੀ ਹੈ। ਉਹ ਭਾਵੇਂ ਜਾਨਵਰ ਹੋਵੇ, ਭਾਵੇਂ ਕਬੂਤਰ ਹੈ, ਭਾਵੇਂ ਬੰਦਾ ਹੈ, ਕੋਈ ਚੀਜ਼ ਹੈ। ਬਿਲਕੁਲ ਇਹੀ ਗੱਲ ਹੈ। ਬਿਲਕੁਲ। ਤੇ ਜ਼ਾਹਿਰੀ ਬਾਤ ਹੈ ਪਰਿੰਦਾ ਪਹਿਲਾਂ ਨਜ਼ਰ ਨੇ ਪਾਸ ਕਰਨਾ ਹੈ। ਹੁਣ ਕਬੂਤਰ ਤੁਹਾਨੂੰ ਪਸੰਦ ਹੀ ਨਾ ਆਵੇ। ਹੁਣ ਮੇਰੇ ਕੋਲ ਵੀ ਮਾਸ਼ਾਅੱਲਾ ਅਸੀਂ ਮੈਂ ਨਹੀਂ ਕਹਿ ਰਿਹਾ ਕਿ ਸਾਰੇ ਜਿਹੜੇ ਮੇਰੇ ਕੋਲ ਕਬੂਤਰ ਹਨ ਉਹ ਮੇਰੀ ਪਸੰਦ ਦੇ ਕਬੂਤਰ ਹਨ, ਕਿਉਂਕਿ ਤੁਹਾਨੂੰ ਪਤਾ ਸੀ ਪਰਦੇਸ ਵਿੱਚ 24 ਘੰਟੇ ਦੇ ਕਬੂਤਰ ਤਾਂ ਹੁੰਦੇ ਨਹੀਂ। ਤੇ ਕਈ ਵਾਰੀ ਜੋੜਿਆਂ ਦੇ ਲਾਉਂਦੇ ਕਬੂਤਰ ਬਹੁਤ ਆਊਟਸਟੈਂਡਿੰਗ ਬੱਚੇ ਬਣਾ ਦਿੰਦੇ, ਕਈ ਵਿੱਚ ਖਰਾਬ ਵੀ ਹੁੰਦੇ ਨੇ। ਉਸ ਸਵਾਲ ਤੇ ਮੈਂ ਲਿਆਉਣਾ ਸ਼ਾਹ ਜੀ ਜਿਹੜਾ ਅਸੀਂ ਬਾਹਰ ਆ ਜਾਣਾ ਉਸ ਦੇ ਅਸੀਂ ਆਮਨੇ ਦੱਸੋ। ਲੇਕਿਨ ਉਹ ਇਹ ਹੈ ਕਿ ਜਿਹੜੇ ਪਰਵਾਜ਼ ਵਾਲੇ ਨੇ ਨਾ, ਮੇਰਾ ਤੇ ਮੰਨਣਾ ਇਹ ਹੈ ਕਿ ਮੋਸਟਲੀ ਉੱਡਿਆ ਕਬੂਤਰ ਜਿਹੜਾ ਹੈ ਨਾ, ਅਗਰ ਤੁਹਾਨੂੰ ਉਹਦੀ ਬਲੱਡ ਲਾਈਨ ਦਾ ਨਹੀਂ ਨਾ ਪਤਾ, ਉੱਡਿਆ ਕਬੂਤਰ ਮੋਸਟਲੀ ਅੱਛੇ ਬੱਚੇ ਉਡਾਏ ਜਾਂਦੇ ਮੋਸਟਲੀ। ਲੇਕਿਨ ਉਹਦੇ ਵਿੱਚ ਵੀ ਸ਼ਰਤ ਇਹ ਹੈ ਕਿ ਤੁਸੀਂ ਉਹਦੇ ਨਾਲ ਕਬੂਤਰ ਲਾਇਆ ਕਿ ਚੀਜ਼ ਹੈ, ਅਗੂ ਲਾਇਆ ਕਿ ਹੈ। ਬਿਲਕੁਲ। ਹੁਣ ਤੁਸੀਂ ਇਹ ਕਿ ਬਿਜਲੀ ਦਾ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਲਾ ਦੇਣਾ ਧਮਾਕਾ ਹੀ ਮਾਰਨਾ ਹੈ। ਬਿਲਕੁਲ। ਤੇ ਜੇ ਨੈਗੇਟਿਵ ਤੇ ਪੋਜ਼ਿਟਿਵ ਨੂੰ ਲਾ ਕੇ ਤੁਸੀਂ ਚੱਲਣੇ ਤਾਂ ਹੀ ਲਾਈਟ ਬਲਣੀ ਹੈ। ਬਿਲਕੁਲ ਇਹ ਚੀਜ਼ ਹੈ, ਇਸ ਨੂੰ ਮੱਦੇ ਨਜ਼ਰ ਰੱਖਣਾ ਪੈਂਦਾ। ਤੇ ਹੁਣ ਜਿਹੜੀ ਮੈਂ ਗੱਲ ਪੁੱਛਣ ਲਗਾ ਜਾਂ ਜਿਹੜਾ ਸਵਾਲ ਮੇਰੇ ਕੋਲ ਹੈ ਯਾਰਾਂ ਦੋਸਤਾਂ ਵੀਰਾਂ ਭਰਾਵਾਂ ਨਾਲ ਵੀ ਮੈਂ ਔਰ ਕਰਨਾ, ਅਸੀਂ ਅਸਲ ਵਿੱਚ ਹੁਣ ਬੈਠੇ ਬਾਹਰ, ਮੈਂ ਤੁਹਾਨੂੰ ਦੱਸਣਾ ਕਿੱਥੇ ਅਸੀਂ ਬੈਠੇ ਤਾਂ ਕਿਉਂ ਅਸੀਂ ਅੱਜ ਬਾਹਰ ਨਾ ਕਾਫੀ ਪੀਣ ਲੱਗਿਆ ਤਾਂ ਮੈਂ ਨਾ ਚਲੋ ਵਿਲਾਗ ਬਣਾ ਲੈਂਦੇ ਆ ਬਹਿ ਕੇ ਨਾ। ਤੇ ਉਹ ਹੁਣ ਜਿਹੜੀ ਗੱਲ ਲੱਗੇ ਹੈ ਨਾ ਕਰਨ, ਚਲੋ ਥੋੜ੍ਹਾ ਜਿਹਾ ਕੋਲ ਕਰ ਲੈਂਦੇ ਆ ਅੱਗੇ ਤਾਂ ਆਵਾਜ਼ ਨਾ ਤੁਹਾਨੂੰ ਆਉਂਦੀ ਹੋਵੇਗੀ ਕਿ ਜਿਸ ਟਾਈਮ ਅਸੀਂ ਇੱਥੇ ਬਾਹਰ ਦੇ ਬੰਦੇ ਅਸੀਂ ਪਾਕਿਸਤਾਨ ਵਿੱਚ ਸ਼ੋਅ ਕਰਨੇ ਆ ਤੇ ਜਿਸ ਟਾਈਮ ਕੋਈ ਸਾਡੇ ਘਰ ਅੱਛਾ ਬੱਚਾ ਨਿਕਲਦਾ, ਸਾਰਿਆਂ ਤੋਂ ਪਹਿਲਾਂ ਮੇਰੇ ਹਿਸਾਬ ਵਿੱਚ ਜਾਂ ਮੇਰੇ ਤਜਰਬੇ ਜਿਹੜੀ ਗੱਲ ਗੁਜ਼ਰੀ ਹੈ, ਸਾਡਾ ਅੱਛਾ ਜਿਹੜਾ ਬੱਚਾ ਹੁੰਦਾ ਹੈ ਸਾਡਾ ਸਿਰ ਤੇ ਨਾ ਹੋਣ ਦੀ ਵਜ੍ਹਾ ਤੋਂ ਜ਼ਾਇਆ ਹੋ ਜਾਂਦਾ। ਬਿਲਕੁਲ ਇਹੀ ਗੱਲ ਹੈ, ਸਾਰਿਆਂ ਤੋਂ ਵੱਡਾ ਨੁਕਸਾਨ। ਬਿਲਕੁਲ। ਜਿਹੜਾ ਇੱਕ ਅੱਛਾ ਬਰੀਡਰ ਬਣ ਸਕਦਾ ਸਾਡਾ, ਅੱਛਾ ਪਰਵਾਜ਼ੀ ਹੁੰਦਾ, ਅਸੀਂ ਉਹ ਤੱਕ ਕੇ ਅਸੀਂ ਵੀਡੀਓ ਵਿੱਚ ਤੱਕਨੇ, ਅਸੀਂ ਆਨੇ ਯਾਰ ਵੀਡੀਓ ਭੇਜਿਓ, ਅਸੀਂ ਵੀਡੀਓ ਵਿੱਚ ਤੱਕ ਆਨੇ ਯਾਰ ਇਹਦਾ ਧਿਆਨ ਕਰਿਓ, ਉਹ ਫਿਰ ਮੂਵਮੈਂਟ ਆਇਆ। ਲੇਕਿਨ ਪਤਾ ਕੀ ਗੱਲ ਹੈ ਭਾਈ ਜ਼ਿਸ਼ਾਨ, ਦੇਖੋ ਸਭ ਤੋਂ ਪਹਿਲਾਂ ਤੁਹਾਡੀ ਟੀਮ ਮੁਖਲਸ ਤੁਹਾਡੇ ਨਾਲ ਹੋਣੀ ਚਾਹੀਦੀ ਅਗਰ ਟੀਮ ਸ਼ੋਅ ਕਰਨਾ ਚਾਹੁੰਦੇ ਹੋ। ਹੁਣ ਮੇਰਾ ਛੋਟਾ ਭਾਈ ਹੈ ਪਿੱਛੇ ਸੈਯਦ ਅਲੀ ਅਬਾਸ, ਜਿਹੜਾ ਡੇਰੇ ਦੀ ਲੁੱਕ ਆਫਟਰ ਸਾਰਾ ਡੇਰਾ ਸ਼ੇਰਾ ਉਸਨੇ ਹੀ ਸੰਭਾਲਿਆ, ਸਾਰੇ ਕਬੂਤਰਬਾਜ਼ੀ ਯਾਨੀ ਕਿ ਉਹੀ ਹੁਣ ਮਾਸ਼ਾਅੱਲਾ ਕਰ ਰਿਹਾ। ਅਸੀਂ ਤਾਂ ਪਰਦੇਸੀ ਜੇ ਬੰਦੇ ਆ, ਸਮਝ ਰਹੇ ਹੋ ਕਿ ਅਸੀਂ ਤਾਂ ਸਿਰਫ ਜਾਣਾ ਹੁੰਦਾ ਕੋਈ ਦਿਹਾੜਾ ਹੀ ਤੇ ਸ਼ੌਕ ਕਰਕੇ ਤੇ ਵਾਪਸ ਆ ਜਾਈਦਾ। ਬਿਲਕੁਲ।
ਤੁਹਾਡਾ ਜਿਹੜਾ ਪਿੱਛੇ ਜਿਹੜੀ ਟੀਮ ਹੈ ਨਾ ਤੁਹਾਡੀ, ਅਗਰ ਉਹ ਤੁਹਾਡਾ ਮੁਖਲਸ ਹੈ ਨਾ ਤੇ ਫਿਰ ਤੁਹਾਡੇ ਪਰਿੰਦੇ ਵੀ ਜ਼ਾਇਆ ਨਹੀਂ ਹੁੰਦੇ ਔਰ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਮੰਜ਼ਿਲ ਤੇ ਬਹੁਤ ਜਲਦੀ ਪਹੁੰਚ ਜਾਂਦੇ ਹੋ ਜੀ। ਇਹ ਗੱਲ ਜੇ ਮੇਨ ਜਵਾਨੋ ਟੀਮ ਵਾਲੀ। ਹੁਣ ਮੈਂ ਤੁਹਾਨੂੰ ਦੱਸਿਆ ਨਾ ਕਿ ਅਕਸਰ ਹੁਣ ਅਸੀਂ ਇੱਥੇ ਬੈਠੇ ਆ, ਸਾਨੂੰ ਨਹੀਂ ਪਤਾ ਹੈ, ਸਮਝ ਨਹੀਂ ਹੈ, ਪਰਿੰਦਾ ਇੱਕ ਆਇਆ ਸਾਡੀ ਨਜ਼ਰਾਂ ਦੇ ਅੱਗੋਂ ਗੁਜ਼ਰਿਆ, ਅਸੀਂ ਵੀਡੀਓ ਦੇਖ ਰਹੇ ਹਾਂ, ਅੱਛਾ ਲੱਗਿਆ, ਪਸੰਦ ਆਇਆ, ਮੇ ਵੀ ਜਿਹਨੇ ਹੱਥ ਵਿੱਚ ਕਬੂਤਰ ਨੇ ਫੜਿਆ ਨਾ, ਜਿਸ ਬੰਦੇ ਨੇ, ਉਹਨੇ ਜਦੋਂ ਉਹਦੇ ਸੀਨੇ ਦੇ ਥੱਲੇ ਹੱਥ ਫੇਰਨਾ, ਜਦੋਂ ਉਹਨੇ ਦੇਖਣਾ ਨਾ ਆਪਣੇ ਪਰਿੰਦੇ ਨੂੰ, ਤੇ ਉਹਨੇ ਫਿਰ ਤੁਹਾਨੂੰ ਫੋਨ ਤੇ ਦੱਸਣਾ ਭਾਈ ਜੀ ਇਹਦੇ 'ਚ ਇਹ ਫਾਲਟ ਜਾਂ ਮਤਲਬ ਇਹ ਪਲੱਸ ਪੁਆਇੰਟ ਨਜ਼ਰ ਆਇਆ। ਫਿਰ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਜੀ ਇਹਨੂੰ ਸੇਵ ਕਰਨਾ ਹੈ ਜਾਂ ਇਹਨੂੰ ਅੱਗੇ ਉਡਾਉਣਾ ਹੈ ਜਾਂ ਤੁਸੀਂ ਇਹਨੂੰ ਕਿਹੜੇ ਪਾਸੇ ਲੈ ਕੇ ਜਾਣਾ ਹੈ। ਬਿਲਕੁਲ। ਔਰ ਉਹ ਬਿਹਤਰੀਨ ਆਪਸ਼ਨ ਉਹਦੇ ਵਿੱਚ ਇਹ ਹੈ ਕਿ ਟੀਮ ਅਗਰ ਤੁਹਾਡੀ ਅੱਛੀ ਹੈ, ਟੀਮ ਵਰਕ ਅੱਛਾ ਹੈ, ਤੇ ਤਾਂ ਤੁਸੀਂ ਸ਼ੌਕ ਵੀ ਤੁਹਾਡਾ ਬਰਕਰਾਰ ਤਾਂ ਹੀ ਰਹਿ ਸਕਦਾ ਹੈ ਔਰ ਸ਼ੌਕ ਵੀ ਤਾਂ ਹੀ ਵੱਧ ਸਕਦਾ ਹੈ। ਔਰ ਬਹੁਤ ਜ਼ਿਆਦਾ ਜਗ੍ਹਾ ਤੇ ਇਹ ਕੰਮ ਹੁੰਦਾ ਹੈ, ਕਿਉਂਕਿ ਜਿਤਨੇ ਜ਼ਿਆਦਾ ਮਤਲਬ ਜੇ ਅਗਰ ਤੁਹਾਡੀ ਟੀਮ ਅੱਛੀ ਨਹੀਂ ਨਾ, ਸਾਰਿਆਂ ਤੋਂ ਪਹਿਲਾਂ ਤੁਹਾਡੀ ਟੀਮ ਅਗਰ ਅੱਛੀ ਨਹੀਂ ਤੇ ਤੁਹਾਡਾ ਚੰਗੇ ਤੋਂ ਚੰਗਾ ਕਬੂਤਰ ਗਾਇਬ ਹੋ ਜਾਏਗਾ, ਭਾਵੇਂ ਉਹ ਨਹੀਂ ਵੀ ਨਾ ਉਡਿਆ, ਭਾਵੇਂ ਖੁੱਡੇ ਵਿੱਚੋਂ ਹੀ ਗਾਇਬ ਹੋ ਗਿਆ। ਜੇ ਅਗਰ ਟੀਮ ਅੱਛੀ ਨਹੀਂ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਤੁਹਾਡਾ ਚੰਗਿਆ ਬਣਿਆ ਕਬੂਤਰ ਵੀ ਉਹ ਪੂਰਾ ਹੋ ਸਕਦਾ। ਇਸ ਗੱਲੇ ਜਿਹੜਾ ਟੀਮ ਜਿਹੜੀ ਆ ਉਹ ਲਾਜ਼ਮੀ ਅੱਛੀ ਔਰ ਮੁਖਲਸ ਟੀਮ ਜਿਸ ਟਾਈਮ ਤੁਹਾਡੀ ਹੋਵੇ ਜੀ, ਤੇ ਫਿਰ ਆਟੋਮੈਟਿਕ ਤੁਹਾਡਾ ਗੇਮ ਵੀ ਤੁਸੀਂ ਸਮਝ ਲਓ ਕਿ ਐਂਟਰੀ ਕਰ ਸਕਦੇ ਹੋ। ਫਿਰ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਹੁੰਦਾ ਕਿ ਯਾਰ ਮੈਂ ਹੁਣ ਟੂਰਨਾਮੈਂਟਾਂ ਦੀਆਂ ਐਂਟਰੀਆਂ ਵੀ ਦੇ ਸਕਣਾ, ਮੈਂ ਹੁਣ ਬਾਜ਼ੀਆਂ ਵੀ ਖੇਡ ਲੈ ਸਕਣਾ, ਕਿਉਂਕਿ ਮੇਰੇ ਕੋਲ ਟੀਮ ਮੁਖਲਸ ਹੈ। ਤੇ ਜਿਸ ਟਾਈਮ ਯਕੀਨ ਹੀ ਨਹੀਂ ਹੋਣਾ ਟੀਮ ਤੇ ਫਿਰ ਉੱਥੇ ਸ਼ੌਕ ਕੇ ਕਰਨਾ। ਮੈਂ ਇਸ ਚੀਜ਼ ਦੇ ਵਿੱਚ ਨਾ ਇੱਕ ਮਜ਼ੀਦ ਇੱਕ ਚੀਜ਼ ਐਡ ਕਰ ਦਿਆਂ ਕਿ 2019 ਦੇ ਵਿੱਚ ਮੈਂ ਡੇਰਾ ਬਣਾਇਆ ਜਿੱਥੇ ਕਬੂਤਰ ਮੈਂ ਉਡਾਉਣਾ ਪ੍ਰੋਪਰ ਸ਼ੁਰੂ ਕੀਤਾ। ਠੀਕ ਹੈ। 2020 ਦੇ ਵਿੱਚ ਮੈਂ ਗਿਆ ਉੱਥੇ, ਤੇ ਉਦੋਂ ਅਲੀ ਅਬਾਸ ਜਿਹੜਾ ਨਾ ਦੁਬਈ ਹੁੰਦਾ ਸੀ, ਮੁਲਾਜ਼ਮ ਮੈਂ ਮਾਵਤ ਵਗੈਰਾ ਰੱਖੇ, ਕਬੂਤਰ ਹੈ ਤਿਆਰੀ ਕੀਤੀ। ਮੇਰੇ ਕੋਲ ਇੱਕ ਕਬੂਤਰ ਉਡਿਆ ਟੂਰਨਾਮੈਂਟ ਦੇ ਵਿੱਚ। ਸਾਡੇ ਇਲਾਕੇ ਦੇ ਵਿੱਚ ਇੱਕ ਕਮੇਟੀ ਹੈ ਜਾਤਲਾਂ ਵਾਲੀ ਕਮੇਟੀ, ਉਹਨਾਂ ਦੇ ਕੱਪ ਸ਼ੱਪ ਅਸੀਂ ਉਡਾ ਰਹੇ। 7:14 ਤੱਕ ਕਬੂਤਰ ਮੇਰਾ ਸੁਪਰ ਪਰਵਾਜ਼ ਲੈ ਕੇ ਬੈਠਾ ਸੀ, ਗੋਲਡਨ 10 ਨੰਬਰ। ਠੀਕ ਹੈ। ਅਸੀਂ ਹੁਣ ਗੋਲਡਨ 10 ਨੰਬਰ ਦਾ ਪਿਓ ਲੱਭੀਏ ਤੇ ਪਿਓ ਹੀ ਨਾ ਲੱਭਾ। ਠੀਕ ਹੈ। ਪਿਓ ਗਾਇਬ। ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਮਾਵਤ ਰੱਖਿਆ ਸੀ ਉਹਨੇ ਤਾਂ ਗਿਆ ਜੀ ਇਹ ਤਾਂ ਬੜਾ ਕੰਮ ਠੀਕ ਹੈ, ਉਹਨੇ ਜਨਾਬ ਵਾਲੀ ਕਬੂਤਰ ਹੀ ਗਾਇਬ ਕਰ ਲਿਆ। ਉਹ ਕਬੂਤਰ ਅੱਜ ਦਿਨ ਤੱਕ ਸਾਨੂੰ ਨਹੀਂ ਲੱਭਾ। ਵੀਰਿਓ ਜਿਹੜੀ ਮੈਂ ਤੁਹਾਨੂੰ ਗੱਲ ਆਣਾ ਪਿਆ, ਉਹ ਨਾਲ ਤੱਕਰੋ ਹੁਣ ਬਾਦਸ਼ਾਹ ਸ਼ਹਾਦਤ ਵੀ ਦਿੰਦੇ ਨੇ ਕਿ ਸਾਡੇ ਵਾਸਤੇ ਪਰਦੇਸੀਆਂ ਵਾਸਤੇ ਅਸੀਂ 10 ਲੱਖ ਦਾ 20 ਲੱਖ ਦਾ ਵੀ ਕਬੂਤਰ ਲੈ ਗਿਆ ਵੀ ਨਾ, ਸਾਡੀ ਟੀਮ ਨਾ ਅੱਛੀ ਹੋਈ ਤੇ ਸਾਡਾ ਕੋਈ ਫਾਇਦਾ ਨਹੀਂ ਹੁੰਦਾ। ਇੰਜੀ ਹੈ ਬਾਦਸ਼ਾਹ। ਬਿਲਕੁਲ ਇੰਜੀ ਗੱਲ ਹੈ। ਸਾਰਿਆਂ ਤੋਂ ਪਹਿਲਾਂ ਸਾਨੂੰ ਟੀਮ ਮੁਖਲਸ ਚਾਹੀਦੀ ਹੈ। ਟੀਮ ਮੁਖਲਸ, ਜਿਹਨੂੰ ਤੁਹਾਡੀ ਇੱਜ਼ਤ ਉਹਨਾਂ ਦੀ ਇੱਜ਼ਤ ਹੋਵੇ ਤਾਂ ਤੁਸੀਂ ਸ਼ੌਕ ਅੱਛਾ ਕਰ ਸਕਦੇ ਹੋ, ਫਿਰ ਤੁਸੀਂ ਹਰ ਮੈਦਾਨ ਦੇ ਵਿੱਚ ਕਾਮਯਾਬ ਹੋ ਤੁਸੀਂ ਜੀ। ਇਹ ਹੁਣ ਅਗਲਾ ਪੁਆਇੰਟ ਹੈ ਬਾਦਸ਼ਾਹ ਕਿ ਬਈ ਇੱਕ ਚੀਜ਼ ਜਿਹੜੀ ਹੈ ਨਾ ਸ਼ਾਹ ਜੀ ਕਿ ਟੀਮ ਮੁਖਲਸ ਤੁਹਾਨੂੰ ਲੱਭ ਗਈ ਹੈ, ਮੁੜ ਕੇ ਤੁਹਾਨੂੰ ਇਹ ਯਕੀਨ ਹੋ ਗਿਆ ਕਿ ਯਾਰ ਮੇਰੀ ਹੁਣ ਟੀਮ ਮੁਖਲਸ ਹੈ, ਮੈਨੂੰ ਕੋਈ ਪਰਵਾਹ ਨਹੀਂ, ਕੋਈ ਮਸਲਾ ਨਹੀਂ, ਇਹ ਹੁਣ ਮੈਂ ਅੱਗੇ ਬਾਜ਼ੀਆਂ ਨਾ ਵੀ ਹੋਇਆ ਸਿਰ ਤੇ ਮੈਨੂੰ ਕੋਈ ਪਰਵਾਹ ਨਹੀਂ। ਮਤਲਬ ਸਮਝੋ ਕਿ ਮੇਰੇ ਇਹ ਆਪਣੇ ਘਰ ਨੇ, ਸਮਝੋ ਮੈਂ ਆਪੂ ਹੀ। ਬਿਲਕੁਲ। ਤੇ ਜੇ ਉਹ ਸਾਰਿਆਂ ਤੋਂ ਮੇਨ ਵੱਡੀ ਗੱਲ ਉਹ ਹੀ ਆ ਜਾਂਦੀ ਹੈ, ਉੱਥੇ ਹੀ ਆ ਜਾਂਦੀ ਹੈ ਜਿਹੜੀ ਲੱਗੇ ਆ ਕਰਨ ਕਿ ਭਾਈ ਜੀ ਜੇ ਅਗਰ ਇਹ ਨਾ ਹੋਵੇ ਤਾਂ ਤੁਹਾਡਾ 20 ਲੱਖ ਵਾਲਾ ਕਬੂਤਰ ਵੀ ਗੈਪ ਪਤਾ ਹੀ ਨਹੀਂ ਤੁਹਾਨੂੰ ਲੱਗਣਾ ਹੀ ਨਹੀਂ। ਗੈਪ ਪਤਾ ਹੀ ਕੋਈ ਨਹੀਂ ਲੱਗਣਾ ਕਿ ਭਾਈ ਆਹ ਦਿਨ ਮਰ ਗਿਆ, ਤੁਸੀਂ ਉਸਦੀ ਕੀ ਗਾਰੰਟੀ ਹੈ ਤੁਹਾਡੇ ਕੋਲ, ਜਾਂ ਤੁਸੀਂ ਕਿਸ ਤਰ੍ਹਾਂ ਨੂੰ ਸਾਬਤ ਕਰ ਸਕਦੇ ਹੋ ਝੂਠ ਮਾਰ ਰਿਹਾ। ਇਹ ਬਿਲਕੁਲ ਇੰਜੀ ਗੱਲ ਹੈ, ਬਿਲਕੁਲ ਇੰਜੀ ਗੱਲ ਹੈ। ਤੇ ਇਸ ਗੱਲੇ ਵੀਡੀਓ ਭਰਾਓ ਚੀਜ਼ਾਂ ਢੇਰ ਸਾਰੀਆਂ ਨੇ, ਹੁਣ ਇਤਨੀਆਂ ਕੁ ਚੀਜ਼ਾਂ ਨੇ। ਜੇ ਅਗਰ ਹੁਣ ਗੱਲ ਕਰਨ ਲੱਗ ਪਈਏ ਨਾ, ਮਤਲਬ ਹੁਣ ਖੁਰਾਕ ਹੈ ਨਾ, ਕਬੂਤਰਾਂ ਦੀ ਖੁਰਾਕ ਹੈ, ਤੇ ਉਹ ਵੀ ਹੁਣ ਜੇ ਠੀਕੋ ਹੀ ਗੁਜ਼ਰਿਆ ਪਾਕਿਸਤਾਨ ਵਿੱਚ, ਮਗਰ 50 ਖੁਰਾਕਾਂ ਹੋਣ ਦੀਆਂ ਲੈਦਾ ਹਰ ਉਸਤਾਦ ਦੀ ਵੱਖਰੀ ਆਪਣੀ ਖੁਰਾਕ ਹੋਵੇਗੀ, ਹਰ ਬੰਦੇ ਦਾ ਆਪਣਾ ਪਾਣੀ ਹੋਵੇਗਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਜਰਬੇ ਵਿੱਚੋਂ ਜਿਤਨਾ ਚਿਰ ਉਸਤਾਦਾਂ ਦੇ ਉਸਤਾਦ ਗੁਜ਼ਾਰਦੇ ਨੇ ਆਪਣੇ ਤਜਰਬੇ 'ਚੋਂ, ਇਹ ਤਾਂ ਫਿਰ 50 ਜਗ੍ਹਾ 'ਤੇ ਜਾ ਕੇ 50 ਪਾਣੀ ਅਲੱਗ ਆਪਣੀ ਖੁਰਾਕ ਹੁੰਦੀ ਹੈ। ਕੋਈ ਬਦਾਮ ਦੀ ਖੁਰਾਕ ਦਿੰਦਾ, ਕੋਈ ਕੁਝ ਦਿੰਦਾ। ਤੇ ਸ਼ਾਹ ਜੀ ਤੁਸੀਂ ਦੱਸੋ, ਤੁਸੀਂ ਆਪਣੀ ਖੁਰਾਕ ਕਿਹੜੀ ਦਿੰਦੇ ਰਹੇ ਹੋ ਕਬੂਤਰਾਂ ਨੂੰ? ਫਿਰ ਤਾਂ ਵਿੱਚ ਨਾਰਮਲ ਬਦਾਮ ਵਾਲੀ ਪੋਜੀਸ਼ਨ ਖੁਰਾਕ ਤੇ ਬਦਾਮ ਹੀ ਹਨ। ਠੀਕ ਹੈ। ਵਜ੍ਹਾ ਇਹ ਹੈ ਕਿ ਸਾਡਾ ਨਾ ਇੱਕ ਜ਼ੇਨ ਬਣ ਗਿਆ। ਬੇਸਿਕਲੀ ਕਬੂਤਰ ਨੂੰ ਚਾਹੀਦੀ ਹੁੰਦੀ ਹੈ ਪ੍ਰੋਟੀਨ। ਠੀਕ ਹੈ। ਅਕਸਰ ਵੱਡੇ ਉਸਤਾਦ ਤੁਸੀਂ ਯਾਨੀ ਕਿ ਤੁਸੀਂ ਮੂੰਗਫਲੀ ਜਿਹੜੀ ਹੈ ਉਹਦੇ ਬਾਰੇ 'ਚ ਕਹਿੰਦੇ ਨੇ ਕਿ ਉਹਦੇ ਸੋਚਣਾ ਜ਼ਿਆਦਾ ਹੈ, ਲੇਕਿਨ ਅਸੀਂ ਤਜਰਬੇ ਨਹੀਂ ਕਰਦੇ। ਉਹਦੀ ਵਜ੍ਹਾ ਇਹ ਹੈ ਕਿਉਂਕਿ ਉਹ ਉਹਨਾਂ ਗੱਲਾਂ ਦੇ ਲੱਗੇ ਜਿਹੜੀ ਪੁਰਾਣੇ ਉਸਤਾਦਾਂ ਨੇ ਗੱਲਾਂ ਦੱਸੀਆਂ ਨੇ, ਨਾਲੇ ਸਾਡੇ ਕੋਲ ਪਰਦੇਸੀਆਂ ਕੋਲ ਤੇ ਟਾਈਮ ਹੀ ਨਹੀਂ, ਸਾਡੇ ਕੋਲ ਤੇ ਟਾਈਮ ਨਹੀਂ ਅਸੀਂ ਉਹਨਾਂ ਨੂੰ ਤਜਰਬੇ ਕਰੀਏ। ਹੁਣ ਸਾਡੇ ਕੋਲ ਇਹ ਹੀ ਹੈ ਕਿ ਬਸ ਠੀਕ ਹੈ ਬਦਾਮਾਂ ਦੀ ਖੁਰਾਕ ਹੈ, ਮੌਸਮ ਦੇ ਡਿਪੈਂਡ ਕਰਦਾ, ਹਲਕੀ ਫੁਲਕੀ ਗਰਮ ਕਰ ਲਈ, ਥੋੜਾ ਸਾਦਾ ਮੁਤਦਿਲ ਕਰ ਲਈ ਜਾਂ ਗਰਮ ਕਰ ਲਈ, ਉਹ ਤੁਹਾਡੇ ਉਸ 'ਤੇ ਡਿਪੈਂਡ ਕਰਦਾ ਕਿ ਕਬੂਤਰ ਤੁਹਾਡੀ ਉਸ ਟਾਈਮ ਦੇ ਵਿੱਚ ਕੀ ਰਿਕੁਆਇਰਮੈਂਟ ਹੈ।
ਜੇਕਰ ਕਬੂਤਰ ਬਹੁਤ ਤਲਖ ਹੋ ਜਾਂਦਾ ਫਿਰ ਉਹਨੂੰ ਤੁਸੀਂ ਬਹੁਤ ਦਿਲ ਦੇੜੀਏ ਕਿ ਥੋੜਾ ਜਿਹਾ ਨਾਰਮਲ ਬਰਾਬਰ ਹੋ ਟੈਂਪਰੇਚਰ ਉਹ ਯਾਨੀ ਕਿ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਔਰ ਆਪਣਾ ਮੰਨਣਾ ਹੈ ਕਿਉਂਕਿ ਆਖਰ ਜਿਹੜਾ ਨਾ ਲਫ਼ਜ਼ ਆਖਰ ਕੋਈ ਵੀ ਨਹੀਂ ਹੈ ਉਹ ਤੁਹਾਡੇ ਯਾਨੀ ਕਿ ਮੈਂ ਹੁਣ 2021 ਦੇ ਵਿੱਚ ਵੀ ਪਾਕਿਸਤਾਨ ਉਡਾ ਕੇ ਆਇਆ ਜੇਟ ਉਡਾ ਕੇ ਆਇਆ ਉਹਦੇ ਵਿੱਚ ਵੀ ਤੇ ਅੱਜ 2026 ਮੈਂ ਉਡਾ ਕੇ ਆਇਆ ਜੇਠ ਇਹਦੇ 'ਚ ਵੀ ਫਰਕ ਹੈ ਦੋਵਾਂ ਸੀਜ਼ਨਾਂ ਦੇ ਵਿੱਚ ਫਰਕ ਸੀ ਉਹਦੇ 'ਚ ਵੀ ਅਲਹਮਦੁਲਿਲਾ 2021 ਦੇ ਵਿੱਚ ਵੀ ਮੈਂ ਚੈਂਪੀਅਨ ਰਿਹਾ ਮੈਂ 2025 ਦੇ ਵਿੱਚ ਵੀ ਚੈਂਪੀਅਨ ਹੁਣ 2026 ਦੁਬਾਰਾ ਫਿਰ ਚੈਂਪੀਅਨ ਹੋਇਆ ਮਾਸ਼ਾਅੱਲਾ ਤੇ ਇਹ ਹੈ ਕਿ ਹਰ ਸਾਲ ਨਵੀਂ ਤੋਂ ਨਵੀਂ ਚੀਜ਼ ਤੁਹਾਨੂੰ ਸਿੱਖਣੇ ਲੱਗੀ ਤੁਸੀਂ ਇਹ ਨਹੀਂ ਆ ਸਕਦੇ ਬਾਜੀ ਮੈਂ ਦਿੱਤਾ ਇਨਫ ਹੈ ਮੇਰਾ ਬਸ ਇਹ ਖਤਮ ਹੋ ਗਿਆ ਇਹ ਚੀਜ਼ ਗੌਰ ਕਰਨੇ ਵਾਲੀ ਹੈ ਕਿ ਹਰ ਸਾਲ ਨਵੀਂ ਤੋਂ ਨਵੀਂ ਕੋਈ ਵੀ ਕੰਮ ਹੈ ਇਹ ਨਹੀਂ ਕਿ ਸਿਰਫ ਕਬੂਤਰਬਾਜ਼ੀ ਨਵੀਂ ਤੋਂ ਨਵੀਂ ਚੀਜ਼ ਜਿੱਦਤ ਆਵੇ ਦੀ ਹਰ ਕੰਮ ਦੇ ਵਿੱਚ ਇਹੀ ਗੱਲ ਹੈ ਬਿਲਕੁਲ ਸਿੰਪਲ ਹੀ ਤੁਹਾਨੂੰ ਮੈਂ ਜਿਹੜਾ ਨਾ ਐਡ ਕਰ ਦਿਆ ਗੱਲ ਇਹ ਹੁਣ ਮੋਟੀ ਵਾਲ ਬੰਦ ਹੋਈ ਹੈ ਅੱਧੇ ਤੋਂ ਜ਼ਿਆਦਾ ਸ਼ਿਕਾਰੀ ਤੇ ਮਰ ਗਏ ਨੇ ਅੱਧੇ ਤੋਂ ਜ਼ਿਆਦਾ ਸ਼ਿਕਾਰੀ ਤੇ ਯਤੀਮ ਹੋ ਗਏ ਵਿਚਾਰੇ ਤੇ ਹੁਣ ਬੰਦਾ ਇਹ ਸੋਚਿਆ ਕਿ ਤੁਸੀਂ ਹੁਣ ਮੋਟੀ ਵਾਲ ਨੂੰ ਹੀ ਲੈ ਕੇ ਚੱਲਦਿਆ ਰਹਿਣਾ ਜਿਨ੍ਹਾਂ ਦਾ ਹਮੇਸ਼ਾ ਉਹਦੇ ਤੇ ਜਿਨ੍ਹਾਂ ਨੇ ਇਨਸਾਰ ਰਿਹਾ ਉਹਦੇ ਉੱਪਰ ਉਹਦੇ ਵਿਚਾਰੇ ਫਿਰ ਖਤਮ ਹੋ ਗਿਆ ਨਾ ਕੰਮ ਉਹਨਾਂ ਇਹਦੇ ਵਾਸਤੇ ਹੁਣ ਕੀ ਆ ਦਿਓ ਬਈ ਇਹ ਦੇਸੀ ਜ਼ਰੂਰੀ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਵਾ ਮੋਟੀ ਵਾਲ ਇਹਨਾਂ ਚੀਜ਼ਾਂ ਦੀ ਬਣਦੀ ਹੈ ਇਹ ਮੈਂ ਮਿਕਦਾਰ ਦੇਸੀਆਂ ਦੀ ਮਿਕਸ ਕੀਤੀ ਤੇ ਮੈਂ ਮੋਟੀ ਵਾਲ ਬਣਾ ਲਾਂਗਾ ਕੋਈ ਸਿਸ਼ਾਨ ਗੱਲ ਇਹ ਹੈ ਦੇਖੋ ਜਿਹੜੇ ਮੈਡੀਸਨ ਤੇ ਚੱਲਣ ਵਾਲੇ ਲੋਕ ਹਨ ਨਾ ਉਹ ਦੇਸੀ ਵਾਲੇ ਪਾਸੇ ਕਦੇ ਨਹੀਂ ਆਉਂਦੇ ਇਹ ਤੇ ਕਨਫਰਮ ਹੈ ਉਹ ਦੇਸੀ ਤੇ ਜਿਨ੍ਹਾਂ ਦਾ ਹੱਥ ਬੈਠੇ ਆ ਨਾ ਉਹ ਮੈਡੀਸਨ ਦੇ ਨੇੜੇ ਨਹੀਂ ਜਾਂਦੇ ਬਿਲਕੁਲ ਹੱਥ ਆਪਣਾ ਉਹਨਾਂ ਦਾ ਬਹਿ ਗਿਆ ਉੱਥੇ ਮੇਰੇ ਨਜ਼ਦੀਕ ਅਸੀਂ ਕੋਈ ਬਹੁਤ ਵੱਡੇ ਉਸਤਾਦ ਨਹੀਂ ਆ ਅਸੀਂ ਯਾਨੀ ਕਿ ਹਾਲੀ ਕਿ ਤਾਲਿਬ ਇਲਮ ਹੀ ਹਾਲੀ ਸਿੱਖਣੇ ਆ ਵੀ ਹਾਲੀ ਤਾਂ ਬੜਾ ਕੁਝ ਸਾਨੂੰ ਸਿੱਖਣ ਨੂੰ ਰਹਿ ਗਿਆ ਬਿਲਕੁਲ ਲੇਕਿਨ ਮੇਰਾ ਸਭ ਤੋਂ ਪਹਿਲਾ ਜਿਹੜਾ ਫੋਕਸ ਫਾਇਜ਼ ਸ਼ਾਨ ਇਹ ਹੈ ਨਾ ਕਿ ਉਡਾਣ ਤੋਂ ਜ਼ਿਆਦਾ ਜ਼ਰੂਰੀ ਇਨਸਾਨ ਨੂੰ ਜਿਹੜੀ ਚੀਜ਼ ਹੈ ਉਹ ਸੰਭਾਲ ਤੁਹਾਡਾ ਅਗਰ ਕਬੂਤਰ ਸੰਭਲ ਗਿਆ ਨਾ ਤੁਹਾਡੇ ਕੋਲੋਂ ਤੇ ਤੁਸੀਂ ਨੈਕਸਟ ਡੇ ਤੁਸੀਂ ਉਹਨੂੰ ਜ਼ਹਿਰ ਵੀ ਦੇ ਦਿੱਤਾ ਦੇਸੀ ਦਿੱਤੀ ਹੈ ਮੈਡੀਸਨ ਦਿੱਤੀ ਜੋ ਮਰਜ਼ੀ ਦਿੱਤਾ ਨਾ ਉਹਨੇ ਪਰਫਾਰਮ ਕਰ ਦੇਣਾ ਮਤਲਬ ਆਖਣ ਦਾ ਮਤਲਬ ਇਹ ਹੈ ਸ਼ਾਹ ਜੀ ਦਾ ਕਿ ਜਿਸ ਵੇਟ ਨਾਲ ਤੁਹਾਡਾ ਕਬੂਤਰ ਉੱਡਿਆ ਅਗਲੇ ਦਿਨ ਤੁਹਾਡੇ ਕਬੂਤਰ ਦਾ ਵੇਟ ਉਹ ਪੂਰਾ ਹੋਣਾ ਚਾਹੀਦਾ ਹੈ ਜੇ ਉਹ ਕਬੂਤਰ ਦਾ ਵੇਟ ਪੂਰਾ ਤੇ ਤੁਹਾਡਾ ਕਬੂਤਰ ਆਪਣੀ ਪ੍ਰੋਗਰੈਸ ਕਰਕੇ ਆਵੇਗਾ ਤੇ ਮਾਲਕ ਨੂੰ ਪਤਾ ਹੁੰਦਾ ਤੁਸੀਂ ਨਹੀਂ ਹਾਰਦੇ ਮਾਲਕ ਨੂੰ ਪਤਾ ਹੁੰਦਾ ਹੈ ਕਿ ਯਾਰ ਅੱਜ ਮੇਰੇ ਕਬੂਤਰ ਦਾ ਵੇਟ ਠੀਕ ਹੈ ਜਾਂ ਨਹੀਂ ਠੀਕ ਤੇ ਇਹ ਗੱਲ ਵੀ ਮਾਲਕ ਆਖਣ ਵਾਲੀ ਯਾਰ ਨਹੀਂ ਪਤਾ ਤੇ ਇਹ ਗੱਲਾਂ ਨਹੀਂ ਠੀਕ ਹੁੰਦੀਆਂ ਸਹੀ ਗੱਲਾਂ ਕਰਿਆ ਕਰੋ ਗੱਲ ਗਲਤ ਹੈ ਹੀ ਨਹੀਂ ਦੇਖੋ ਜੀ ਕਿਸੇ ਨੂੰ ਗਲਤ ਪਾਸੇ ਲਾਣੇ ਦੀ ਜ਼ਰੂਰਤ ਨਹੀਂ ਜਿਹੜੀ ਗੱਲ ਸਹੀ ਹੈ ਨਾਰਮਲ ਠੀਕ ਹੈ ਹਰ ਬੰਦਾ ਸਮਝਦਾ ਬਿਲਕੁਲ ਇਨਸਾਨ ਦੀ ਕਿਸਮਤ ਹੈ ਹੋ ਸਕਦਾ ਹੈ ਮੈਂ ਤੁਹਾਨੂੰ ਚੀਜ਼ ਦੱਸੀ ਹੈ ਤੁਹਾਡੇ ਕੋਲ ਜ਼ਿਆਦਾ ਅੱਛਾ ਪਰਫਾਰਮ ਉਹ ਚੀਜ਼ ਕਰ ਰਹੀ ਹੈ ਔਰ ਮੇਰੇ ਕੋਲ ਉਹ ਚੀਜ਼ ਇਤਨਾ ਅੱਛਾ ਪਰਫਾਰਮ ਨਾ ਕਰੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਸੱਚ ਬਿਆਨ ਕਰੋ ਅਗਲੇ ਦਾ ਫਾਇਦਾ ਹੋ ਝੂਠ ਦਾ ਫਾਇਦਾ ਕੋਈ ਬਿਲਕੁਲ ਅਗਲੇ ਦਾ ਔਰ ਨਾਲੇ ਫਿਰ ਸਰਕਾਰ ਦਾ ਫਰਮਾਨ ਹੈ ਕਿ ਇਲਮ ਦੱਸਣੇ ਨਾਲ ਹੋਰ ਵੱਧਦਾ ਉਹ ਆਟੋਮੈਟਿਕ ਹੋਰ ਆ ਜਾਏਗਾ ਤੁਹਾਡੇ ਕੋਲ ਕੋਈ ਨਵੀਂ ਚੀਜ਼ ਉਹਦੇ ਤੋਂ ਵੀ ਅੱਛੀ ਆ ਜਾਏਗੀ ਤੇ ਇਸ ਗੱਲੇ ਵੀਡੀਓ ਦੇ ਭਰਾਓ ਇਹ ਚੀਜ਼ਾਂ ਜਿਹੜੀਆਂ ਨੇ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਮਗਰ ਹੈ ਬੜੀਆਂ ਕੰਮ ਦੀਆਂ ਪੁਆਇੰਟਾਂ ਵਾਲੀਆਂ ਹੁੰਦੀਆਂ ਨੇ ਬਿਲਕੁਲ ਇਹੀ ਗੱਲ ਤੇ ਉਹ ਗੱਲ ਇਸ਼ਾਰਿਆਂ 'ਚ ਵੀ ਆ ਜਾਂਦੀ ਹੈ ਜਿਹੜੀ ਗੱਲ ਉਹ ਪ੍ਰੋਟੀਨ ਵਾਲੀ ਅਸੀਂ ਗੱਲ ਕਰਦੇ ਨਾ ਪਏ ਕਿ ਪ੍ਰੋਟੀਨ ਜਿਹੜੀ ਹੈ ਇਹ ਕਬੂਤਰ ਨੂੰ ਕਿਸੇ ਤਰੀਕੇ ਵੀ ਤੁਸੀਂ ਮੇਨ ਮਕਸਦ ਤੁਹਾਡਾ ਇਹ ਹੈ ਕਿ ਕਬੂਤਰ ਪ੍ਰਵਾਸ ਤੁਹਾਡਾ ਕਰਕੇ ਆਵੇ ਤੇ ਤੁਸੀਂ ਉਹਨੂੰ ਪੂਰਾ ਕਿਸ ਤਰ੍ਹਾਂ ਕਰਨਾ ਤੇ ਜੇ ਤੁਸੀਂ ਮਿਸਾਲ ਦੇ ਤੌਰ ਤੇ ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਕਬੂਤਰ ਮੇਰਾ ਸਿਰਫ ਕਣਕ ਦਾ ਦਾਣਾ ਖਾ ਕੇ ਪੂਰਾ ਆ ਜਾਂਦਾ ਫਿਰ ਉਹਨੂੰ ਬਦਾਮ ਕਦੇ ਨਾ ਦਿਓ ਬਿਲਕੁਲ ਸਮਝਿਓ ਫਿਰ ਉਹਨੂੰ ਕਣਕ ਹੀ ਦਿਓ ਫਿਰ ਤੁਹਾਡਾ ਕਬੂਤਰ ਉਹਦੇ ਤੇ ਪਿਆ ਉੱਡ ਕੇ ਆਵੇਗਾ ਤੇ ਜੇ ਸਮਝਦੇ ਤੁਹਾਡਾ ਕਬੂਤਰ ਨਹੀਂ ਪੂਰਾ ਹੁੰਦਾ ਪਿਆ ਫਿਰ ਉਹ ਗੱਲ ਜਿਹੜੀ ਸ਼ਾਹਰਾਂ ਨੇ ਆਹੀ ਹੈ ਕਿ ਭਾਈ ਜੀ ਤੁਸੀਂ ਉਹਨੂੰ ਬਦਾਮ ਵੀ ਦਿਓ ਤੁਸੀਂ ਉਹਦੇ ਤੋਂ ਇਲਾਵਾ ਜੇ ਕੋਈ ਹੋਰ ਪ੍ਰੋਟੀਨ ਹੈ ਸਮਝੋ ਬਦਾਮਾਂ ਨਾਲ ਵੀ ਨਹੀਂ ਪੂਰਾ ਹੁੰਦਾ ਪਿਆ ਫਿਰ ਹੋਰ ਬੜੇ ਮਾਮਲਾਤ ਬੜੀਆਂ ਮੈਡੀਸਨ ਹੋਣ ਤੇ ਬਹੁਤ ਜ਼ਿਆਦਾ ਯੂਰਪ 'ਚ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਲੱਭ ਜਾਂਦੀਆਂ ਕਬੂਤਰਾਂ ਵਾਸਤੇ ਬਣੀਆਂ ਨੇ ਔਰ ਇਸਤੇਮਾਲ ਕਰੀਦੀਆਂ ਵੀ ਹਨ ਹੁਣ ਗੱਲ ਕਰਨ ਦਾ ਮਕਸਦ ਇਹ ਦੇਖੋ ਜਿੱਥੇ ਅੱਗੇ ਗੱਲ ਰੁਕ ਗਈ ਉੱਥੇ ਰਾਹ ਦੇ ਵਿੱਚ ਅਸੀਂ ਨਾ ਜਦੋਂ ਨਵਾਂ ਸ਼ੌਕ ਸਟਾਰਟ ਕੀਤਾ ਨਾ ਤੇ ਤੁਹਾਨੂੰ ਪਤਾ ਕਿ ਮੈਨੂੰ 18-19 ਸਾਲ ਹੋ ਗਏ ਨੇ ਕਬੂਤਰ ਆਪਣੇ ਘਰ ਰੱਖੇ ਆ ਲੇਕਿਨ ਮੈਂ ਉਡਾਣਾ ਫਾਇਜ਼ ਸ਼ਾਨ ਤਕਰੀਬਨ 2021 ਦੇ ਵਿੱਚ 19-20 ਦੇ ਵੀ ਸਟਾਰਟ ਕੀਤਾ ਕਿ ਡੇਰਾ ਨਵਾਂ ਬਣਾਇਆ ਤੇ ਹਲਕਾ ਸ਼ੁਰੂ ਕੀਤਾ 19 ਵੀ ਸਟਾਰਟ ਹੋ ਗਏ 19 ਡਾਣਾ ਸ਼ੁਰੂ ਕਰ ਦਿੱਤਾ ਅਸੀਂ ਨਾ ਸੁਣੀ ਸੁਣਾਈ ਗੱਲਾਂ ਸਨ ਪ੍ਰੈਕਟੀਕਲ ਨਹੀਂ ਸੀ ਬਦਾਮ ਅਸੀਂ ਕਬੂਤਰਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਇਹ ਸਮਝ ਕੇ ਕਿ ਸ਼ਾਇਦ ਕਬੂਤਰਾਂ ਬਦਾਮ ਦੇਾਂਗੇ ਤਾਂ ਜ਼ਿਆਦਾ ਉੱਡਣਗੇ ਹੋਇਆ ਇਹ ਕਿ ਸਾਡੇ ਉਹ ਕਬੂਤਰ ਨੂੰ ਤਿਆਰ ਵੀ ਨਹੀਂ ਸਨ ਤੇ ਨਾ ਖੁਰੇ ਸਨ ਅਸੀਂ ਉਹਨਾਂ ਨੂੰ ਬਦਾਮ ਜਦੋਂ ਦੇਣਾ ਸ਼ੁਰੂ ਕੀਤਾ ਉਹ ਵੱਧਦੇ ਦੀ ਬਜਾਏ ਕਿ ਉਹ ਘਟਣਾ ਸ਼ੁਰੂ ਹੋ ਗਏ ਅਸੀਂ ਬੜੇ ਪਰੇਸ਼ਾਨ ਹੋਏ ਉਹ ਸਾਡੇ ਇੱਕ ਦੋਸਤ ਹਨ ਉੱਥੇ ਸੈਯਦ ਹੀ ਫੌਤ ਹੋ ਗਏ ਨਾ ਤਾਰ ਸ਼ਾਰੀ ਉਹ ਆਏ ਉਹਨਾਂ ਆ ਕੇ ਤੱਕਿਆ ਕਬੂਤਰ ਵੀ ਤੋਂ ਬਾਅਦ ਸ਼ਾਹ ਜੀ ਇਹਨਾਂ ਨੂੰ ਕਰਮ ਵਾਲਿਆਂ ਨੂੰ ਪਹਿਲਾਂ ਖੋਰ ਤੇ ਲਵੋ ਫਿਰ ਤੁਸੀਂ ਇਹਨਾਂ ਨੂੰ ਬਦਾਮ ਦੇਣੇ
ਤੇ ਉਹ ਸਾਡੇ ਮਾਈਂਡ ਵਿੱਚ ਇਹ ਸੀ ਵੀ ਸ਼ਾਇਦ ਪਤਾ ਨਹੀਂ ਬਦਾਮ ਦੇਣੇ ਨਾਲ ਕਬੂਤਰ ਉੱਡਦੇ ਨੇ। ਪ੍ਰੈਕਟੀਕਲ ਨਾਲ ਚੀਜ਼ਾਂ ਤੁਹਾਨੂੰ ਸਿੱਖਣ ਚ ਆਉਂਦੀਆਂ ਨੇ ਕਿ ਬੰਦਾ ਜਿਤਨਾ ਤੁਸੀਂ ਪ੍ਰੈਕਟੀਕਲ ਦੇ ਵਿੱਚ ਜਾਣਾ ਹੈ ਨਾ ਉਤਨਾ ਹੀ ਤੁਸੀਂ ਇਸ ਚੀਜ਼ ਨੂੰ ਜਲਦੀ ਪਿਕ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਜਿਤਨਾ ਮਰਜ਼ੀ ਦੱਸਦਾ ਰਵਾਂ, ਜੇ ਤੁਸੀਂ ਪ੍ਰੈਕਟੀਕਲ ਉਸ ਚੀਜ਼ ਨੂੰ ਨਹੀਂ ਕਰਨਾ ਤੇ ਤੁਹਾਡੇ ਸਮਝ ਵਿੱਚ ਉਹ ਗੱਲ ਨਹੀਂ ਪੈਣੀ। ਤੇ ਇਹ ਹੈ ਕਿ ਇਹ ਵੀ ਨਹੀਂ ਹੈ ਕਿ ਤੁਸੀਂ ਪਰਿੰਦੇ ਨੂੰ ਚੀਜ਼ ਕਿਸੇ ਦੀ ਜ਼ਰੂਰਤ ਨਹੀਂ, ਉਹ ਤੁਹਾਡੀ ਗੱਲ ਨਾਲ ਗੱਲ ਜੋੜ ਕੇ ਮੈਂ ਗੱਲ ਕਰ ਰਿਹਾ ਕਿ ਚੀਜ਼ ਨੂੰ ਜ਼ਰੂਰਤ ਹੈ ਤੁਹਾਡੀ ਜਨਾਬ ਵਾਲੀ ਕਣਕ ਦੇ ਦਾਣੇ ਦੀ, ਤੇ ਤੁਸੀਂ ਉਹਨੂੰ ਬਦਾਮ ਖਿਲਾ ਰਹੇ ਹੋ, ਵੀ ਉਹਦਾ ਨੁਕਸਾਨ ਕਰ ਉਹ ਵੀ ਨੁਕਸਾਨ ਹੈ, ਉਹ ਠਾਪੇ ਮਾਰਨ ਲੱਗ ਪਏ ਕਬੂਤਰ ਤੁਹਾਡਾ ਖਰਾਬ। ਐਸ ਦਫਾ ਆਪਣੇ ਮੁਸਤਜੀ ਮੋਚੀ ਸਾਹਿਬ ਨੇ ਲਾਹੌਰ ਵਾਲੇ, ਤੇ ਮੁਰਤਜ਼ਰ ਮਹਿਦੀ ਸਾਹਿਬ ਨਹੀਂ ਮੁਸਤਜੀ ਮੋਚੀ ਸਾਹਿਬ ਉਹ ਦੂਸਰੇ ਜਿਹੜੇ ਨੇ ਉਹ ਵੀ ਪਤਾ ਨਹੀਂ ਬਾਦਸ਼ਾਹ ਨੇ, ਸੈਯਦ ਬਾਦਸ਼ਾਹ ਨੇ, ਉਹ ਵੀ ਤੇ ਉਹ ਵੀ ਲੱਗੇ ਇਹ ਗੱਲ ਦੱਸਣ। ਆਖਦੇ ਨੇ ਬਈ ਸਾਨੂੰ ਸਾਡੇ ਬਜ਼ੁਰਗ ਆਖਦੇ ਹੁੰਦੇ ਵਾ ਕਬੂਤਰਾਂ ਨੂੰ ਜਦੋਂ ਬਦਾਮ ਦਿਓ ਤੇ ਕਬੂਤਰ ਤੁਹਾਡੇ ਵਾਪਸ ਆ ਜਾਣ ਨਾ, ਉਹਨਾਂ ਨੂੰ ਕਬੂਤਰਾਂ ਨੂੰ ਬਦਾਮ ਖਤਮ ਕਰ ਦਿਓ ਉਹਨਾਂ ਨੂੰ ਸਿਰਫ ਮੋਟਾ ਦਾਣਾ ਹੀ ਦਿਓ, ਕਿਉਂਕਿ ਜੇ ਤੁਹਾਡੇ ਕਬੂਤਰ ਪਰਾਗਰਸ ਮੋਟੇ ਦਾਣੇ ਨਾਲ ਦਿੰਦੇ ਨੇ ਫਿਰ ਤੁਹਾਨੂੰ ਕਿਹੜੀ ਜ਼ਰੂਰਤ ਹੈ ਬਦਾਮ ਦੇਣ ਦੀ, ਤੁਹਾਡੇ ਕੋਲ ਅੱਛੇ ਕਬੂਤਰ ਬਣ ਗਏ ਨਹੀਂ ਦਾ ਮਤਲਬ ਹੈ ਇੰਨੀ ਗੱਲ ਹੈ ਬਾਜਾ ਜੀ। ਬਿਲਕੁਲ। ਔਰ ਨਾਲੇ ਅਮੂਮਨ ਸ਼ਿਕਾਰੀ ਪਤਾ ਕਿਸ ਚੀਜ਼ 'ਚ ਨੁਕਸਾਨ ਆਪਣਾ ਕਰ ਲੈਂਦੇ ਨੇ ਕਿ ਜਦੋਂ ਤੁਸੀਂ ਹੜਕਾਂ ਦੇ ਵਿੱਚ ਕਬੂਤਰਾਂ ਨੂੰ ਕੁਝ ਐਸੀ ਐਕਸਟਰਾ ਚੀਜ਼ ਨਹੀਂ ਦੇ ਰਹੇ, ਜਿਵੇਂ ਬਾਜ਼ੀਆਂ ਸਿਰ ਤੇ ਆਉਂਦੀਆਂ ਤੁਸੀਂ ਕਬੂਤਰਾਂ ਨੂੰ ਵੱਖਰੀ ਚੀਜ਼ਾਂ ਟਰਾਈਆਂ ਕਰਨ ਲੱਗ ਪਏ, ਤੁਹਾਡੀ ਜ਼ਿਆਦਾਤਰ ਮੇਨ ਜਿਤਨੇ ਵੀ ਬੰਦੇ ਮੈਂ ਤੱਕੇ ਨਾ ਉਹਨਾਂ ਦੀ ਖਰਾਬੀ ਹੋਣ ਦੀ ਵਜ੍ਹਾ ਇਹ ਹੈ ਕਿ ਤੁਸੀਂ ਉਹ ਚੀਜ਼ ਹੜਕਾਂ ਦੇ ਵਿੱਚ ਇਸਤੇਮਾਲ ਨਹੀਂ ਕੀਤੀ ਔਰ ਬਾਜ਼ੀਆਂ ਦੇ ਵਿੱਚ ਇਸਤੇਮਾਲ ਕਰ ਰਹੇ ਹੋ। ਐਂਡ ਤੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਕਿ ਤੁਸੀਂ ਉਸ ਤੇ ਚੀਜ਼ 'ਚ ਆ ਕੇ ਫੇਲ ਹੋ ਜਾਂਦੇ ਹੋ। ਔਰ ਉਹ ਟਾਈਮ ਹੁੰਦਾ ਕਿ ਸਮਝੋ ਸਾ ਬੰਦਾ ਘੋੜੇ ਦੇ ਉੱਪਰ ਬੈਠਾ ਹੁੰਦਾ ਤੇ ਘੋੜਾ ਦੌੜਦਾ ਪਿਆ ਹੁੰਦਾ ਨਾ, ਉਸ ਟਾਈਮ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਚੀਜ਼, ਬਿਲਕੁਲ ਉਹ ਜਾਂ ਤੁਸੀਂ ਟੈਣਾ ਹੀ ਹੈ ਜਾਂ ਫਿਰ ਇਹਨੇ ਤੁਹਾਨੂੰ ਪਾਰ ਹੀ ਲੈ ਕੇ ਜਾਣਾ। ਉਹ ਮੌਕਾ ਐਸਾ ਹੁੰਦਾ ਹੈ ਕਿ ਉਹਦੇ 'ਚ ਤੁਸੀਂ ਕਬੂਤਰਾਂ ਦੇ ਵਿੱਚ ਕੋਈ ਵੀ ਚੇਂਜਿੰਗ ਦੀ ਕੋਸ਼ਿਸ਼ ਕਰੋ ਨਾ ਕਰੋ, ਜਿਸ ਤਰ੍ਹਾਂ ਤੁਸੀਂ ਪ੍ਰੋਪਰ ਚੱਲਦੇ ਆ ਰਹੇ ਹੋ ਪੁੰਜੀ ਚੱਲ ਕੇ ਪੂਰੀ ਆਓ। ਤੇ ਇਹ ਸ਼ਹਿਰਾਂ ਦੀ ਗੱਲ ਦੇ ਨਾਲ ਗੱਲ ਮੈਂ ਤੁਹਾਨੂੰ ਪਿਛਲੀਆਂ ਵੀਡੀਓ 'ਚ ਗੱਲ ਦੱਸੀ ਕਿ ਕਬੂਤਰ ਜਦੋਂ ਤੁਸੀਂ ਤਿਆਰ ਕਰਕੇ ਲਿਆਉਂਦੇ ਹੋ ਨਾ ਤੇ ਫਿਰ ਇਹ ਨਹੀਂ ਕਿ ਤੁਸੀਂ ਜਾ ਕੇ ਬਾਜ਼ੀ ਵਾਲੇ ਦਿਹਾੜੀ ਸਿਰਫ ਉਹਨੂੰ ਰਾਤੀ 10 ਵਜੇ ਪਾਣੀ ਦੇਣਾ, ਤੁਸੀਂ ਪਹਿਲਾਂ ਉਹਨੂੰ ਸਾਦੇ ਪਾਣੀ ਤੇ ਲਾਇਆ ਹੋਵੇ, 10-11 ਵਜੇ ਉਹਨੂੰ ਪਤਾ ਹੋਵੇ ਮਾਲਕ ਆ ਕੇ ਮੈਨੂੰ ਸਾਦਾ ਪਾਣੀ ਦਿੰਦਾ ਹੈ। ਇਹ ਤਾਂ ਨਹੀਂ ਨਾ ਉਹਨੂੰ ਵਿਚਾਰੇ ਨੂੰ ਪਤਾ ਵਾਜ ਕੋੜਾ ਦੇਣਾ ਸੀ, ਮਗਰ ਉਹਨੂੰ ਪਤਾ ਹੋਵੇ ਕਿ ਪਾਣੀ ਦਿੰਦਾ ਤੇ ਉਹ ਬਾਜ਼ੀ ਵਾਲੇ ਦਿਹਾੜੇ ਤੁਸੀਂ ਵਿਚਾਰੇ ਇੱਕ ਦਿਨ ਪਹਿਲਾਂ ਚਾਹ ਦਿਓ, ਉਹ ਰਾਤੀ ਪਾਣੀ ਵਿਚਾਰਾ ਨਾ ਹਜ਼ਮ ਕਰੇ ਜਾਂ ਉਹਦੀ ਰੂਟੀਨ ਹੀ ਨਾ ਬਣੀ ਹੋਵੇ ਤੇ ਉਹ ਫਿਰ ਕਬੂਤਰ ਇਹਨਾਂ ਵਜ੍ਹਾ ਤੋਂ ਖਰਾਬ ਹੋ ਜਾਂਦਾ। ਛੋਟੀਆਂ ਚੀਜ਼ਾਂ ਹੁੰਦੀਆਂ ਨੇ ਮਗਰ ਕੰਮ ਇਹਨਾਂ ਦੇ ਢੇਰ ਸਾਰੇ ਵੱਡੇ ਹੁੰਦੇ। ਬਿਲਕੁਲ। ਐਥਲੀਟਸ ਹਨ, ਤੁਹਾਨੂੰ ਪਤਾ ਹੈ ਆਗਾ ਸਾਹਿਬ ਬਾਡੀ ਬਿਲਡਿੰਗ ਕਰਦੇ ਹੁੰਦੇ ਸਨ, ਠੀਕ ਉਹਨਾਂ ਦੀ ਰੂਟੀਨ ਹੁੰਦੀ ਸੀ ਕਿ ਉਸ ਰੂਟੀਨ ਨਾਲ ਖਾਣੇ ਨੂੰ ਲੈ ਕੇ ਚੱਲਣਾ ਹੈ, ਉਸ ਨੂੰ ਤੋਂ ਇਲਾਵਾ ਉਹ ਅੱਗੇ ਪਿੱਛੇ ਜਿਹੜਾ ਨਾ ਨਹੀਂ ਸਣ ਕਰਦੇ। ਸਮਝੋ ਬਈ ਹੁਣ ਅਗਰ 5 ਵਜੇ ਉਹਨਾਂ ਦਾ ਟਾਈਮ ਹੈ ਇੱਕ ਸੈਂਡਵਿਚ ਖਾਣ ਦਾ ਤੇ ਉਹ 6 ਵਜੇ ਕੋਈ ਹੋਰ ਚੀਜ਼ ਨਹੀਂ ਖਾਣ ਲੱਗਦਾ। ਔਰ ਕਬੂਤਰ ਦਾ ਵੀ ਇਹ ਸਿਸਟਮ ਹੈ, ਜਦੋਂ ਕੰਪੀਟੀਸ਼ਨ 'ਚ ਤੁਸੀਂ ਉਹਨੂੰ ਤਿਆਰ ਕਰ ਰਹੇ ਹੋ ਨਾ ਤੇ ਫਿਰ ਤੁਸੀਂ ਉਹਦੇ ਨਾਲ ਤਜਰਬੇ ਨਹੀਂ ਕਰਦੇ ਆ ਰਹੇ, ਇੱਕ ਰੂਟੀਨ ਨਾਲ ਲੈ ਕੇ ਚੱਲ ਰਹੇ ਹੋ। ਅਗਰ ਤੁਸੀਂ ਉਹਨੂੰ ਰਾਤ ਹੈ ਅਕਸਰ ਉਹ ਮੂਮਨ ਲੋਕ ਇਹ ਆਦੇ ਨੇ ਕਬੂਤਰ ਕੇ ਜਿਹੜਾ ਜੀ ਪਲਟਾ ਕੇ ਲੋਕ ਕਬੂਤਰ ਛੋੜਦੇ ਨੇ, ਉਹ ਪਲਟਾ ਕੇ ਛੋੜਨ ਵਾਲੇ ਜਿਹੜੇ ਨਾ ਹੁਣ ਅਸੀਂ ਪਲਟਾਈਏ ਲਾਸਟ ਦਿਨ ਸਾਡਾ ਕਬੂਤਰ ਮਾਈਂਡ ਕਰ ਸੀ, ਉਹਨਾਂ ਨੇ ਸ਼ੁਰੂ ਤੋਂ ਉਹਨਾਂ ਨੂੰ ਲਾਇਆ ਜਾਂਦਾ ਸ਼ੁਰੂ ਤੋਂ ਬਿਲਕੁਲ ਇਹ ਕਿ ਆਦਤ ਇਹ ਚੀਜ਼ ਜਦੋਂ ਪਰਿੰਦੇ ਦੀ ਤੁਸੀਂ ਆਦਤ ਬਣਾ ਲਈ ਨਾ ਪਰਿੰਦਾ ਕਦੇ ਖਰਾਬ ਨਹੀਂ ਹੋਣ ਲੱਗਾ, ਤੁਸੀਂ ਵੀ ਈਜ਼ੀ ਰਹੋਗੇ, ਕਦੇ ਤੁਹਾਨੂੰ ਟੈਨਸ਼ਨ ਪਰੇਸ਼ਾਨੀ ਨਹੀਂ ਲੱਗੀ। ਬਿਲਕੁਲ ਇਹ ਗੱਲ। ਤੇ ਜਦੋਂ ਸਮਝੋ ਕਿ ਕਿਸੇ ਉਸਤਾਦ ਨੇ ਕਿਹਾ ਜੀ ਕਿ ਕਬੂਤਰ ਪਲਟਾ ਕੇ ਛੋੜ ਤੇ ਸਾਰਾ ਟਾਈਮ ਉਹਨੂੰ ਕਬੂਤਰ ਨੂੰ ਤੁਸੀਂ ਸਾਦੇ ਛੋੜਦੇ ਰਹੋ, ਜਦੋਂ ਪਲਟਾਣਾ ਤਾਂ ਕਬੂਤਰ ਆਪ ਡਿਸਟਰਬ ਹੋ ਜਾਣਾ ਕਿ ਮੇਰੇ ਨਾਲ ਇਹਨਾਂ ਨੇ ਕੀ ਕੀਤਾ। ਉਹਨੂੰ ਭਾਈ ਜੀ ਜ਼ੋਰ ਨਾਲ ਤੁਸੀਂ ਉਲਟੀ ਕਰਵਾ ਰਹੇ ਹੋ ਤੇ ਜ਼ੋਰ ਨਾਲ ਉਲਟੀ ਕਰੋ, ਬੰਦਾ ਵੀ ਕਰੇ ਤੇ ਭਾਈ ਜੀ ਉਹਦਾ ਪਤਾ ਜੀ ਨਾ ਅੰਦਰ ਸਾਰਾ ਹਿੱਲ ਜਾਂਦਾ ਤੇ ਉਹ ਘੰਟੇ ਦੋ ਵਿਚਾਰੇ ਨੂੰ ਰਿਕਵਰ ਕਰਦਿਆਂ ਲੱਗ ਜਾਂਦੇ ਨੇ ਤੇ ਘੰਟੇ ਬਾਅਦ ਪੱਲਾ ਮਾਰਨਾ ਹੋਵੇ ਤੇ ਤੁਸੀਂ ਕੀ ਕਰੋਗੇ ਕਬੂਤਰ ਤੇ ਵਿਚਾਰਾ ਨੀਵਾ ਹੀ ਫਿਰਦਾ ਉਹਨੂੰ ਫਿਰ ਬੰਦਾ ਆਦਾ ਜੀ ਕਬੂਤਰ ਜਿਹੜਾ ਜੀ ਪਰਫਾਰਮ ਘਟਾ ਗਏ ਜਾਂ ਪਰਫਾਰਮੈਂਸ ਆਪਣੀ ਘਟਾ ਗਏ, ਤੁਸੀਂ ਉਹਨੂੰ ਆਪੂ ਡਿਸਟਰਬ ਕਰਨ ਲੱਗੇ ਹੋ ਜਾ ਉਹਦੇ ਨਾਲ ਇੱਕਦਮ ਨਵਾਂ ਕੰਮ ਕਰ ਛੱਡਿਆ ਜਿਹੜਾ ਨਹੀਂ ਕਰਨੇ ਵਾਲਾ। ਤੇ ਵੀਰੋ ਇਹ ਚੀਜ਼ਾਂ ਨੇ ਹੁਣ ਛੋਟੀਆਂ ਗੱਲਾਂ ਅਸੀਂ ਹੁਣ ਕਰਦੇ ਰਹੀਏ ਨਾ ਤੇ 24 ਘੰਟੇ ਲੱਗੇ ਰਵਾਂਗੇ ਜੀ, ਗੱਲਾਂ ਇਤਨੀਆਂ ਕੁਝ ਕਿ ਬਈ ਅਸੀਂ ਲੱਗੇ ਰਵਾਂਗੇ ਕਬੂਤਰਬਾਜ਼ੀ ਕਿਉਂ ਸ਼ੋਅ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਨੇ ਨਾ ਉਹਨਾਂ ਕੋਲ ਗੱਲਾਂ ਕੁੰਝ ਖਤਮ ਹੁੰਦੀਆਂ ਕਬੂਤਰਬਾਜ਼ੀ ਦੀਆਂ। ਤੇ ਮੇਨ ਮਕਸਦ ਇਹ ਹੈ ਕਿ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ 'ਤੇ ਬੰਦਾ ਧਿਆਨ ਰੱਖੇ ਤੇ ਬੰਦਾ ਕਾਮਯਾਬ ਹੋ ਜਾਂਦਾ। ਇਹ ਛੋਟੇ ਪੁਆਇੰਟ ਜੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਣਾ ਕਿ ਸਫਾਈ ਹੈ, ਸਫਾਈ ਭਾਈ ਜੀ ਜਿਸ ਬੰਦੇ ਨੇ ਖੁੱਡਿਆਂ ਦੀ ਸਿਰਫ ਰੱਖ ਲਈ ਸਮਝੋ ਉਹ ਵੀ ਕਾਮਯਾਬ ਹੈ। ਕਿਉਂ ਭਾਈ ਜੀ ਜਿਵੇਂ ਕਬੂਤਰ ਨੂੰ ਗੰਦ ਹੀ ਨਹੀਂ ਲੱਭਣਾ, ਉਹਦਾ ਪੇਟ ਹੀ ਨਹੀਂ ਖਰਾਬ ਹੋਣਾ, ਪੇਟ ਨਹੀਂ ਖਰਾਬ ਹੋਣਾ, ਕਬੂਤਰ ਤੁਹਾਡਾ ਆਟੋਮੈਟਿਕ ਪਰਫਾਰਮੈਂਸ ਕਰਦਾ ਰਹੇਗਾ। ਤੇ ਠੀਕ ਹੈ ਵੀਰੋ ਤੇ ਭਰਾਓ, ਅੱਜ ਦਾ ਕੀ ਆਜ 20-22 ਮਿੰਟ ਦਾ ਵਿਲਾਗ ਹੋ ਗਿਆ ਜੀ, ਬੜੀਆਂ ਗੱਪਾਂ ਹੋ ਗਈਆਂ ਨੇ ਅੱਜ ਤੁਹਾਡੇ ਨਾਲ। ਮਜ਼ੀਦ ਆਇਆ ਕਰਾਂਗੇ ਭਾਈ ਸਾਹਿਬ ਦੇ ਚੈਨਲ ਤੇ ਗੱਪਸ਼ਪ ਲੱਗਿਆ ਕਰੇਗੀ ਇਨਸ਼ਾਅੱਲਾ ਜ਼ਰੂਰ ਇਨਸ਼ਾਅੱਲਾ। ਕੋਈ ਸਵਾਲ ਤੁਹਾਡਾ ਹੋਵੇ ਭਰਾਵਾਂ ਦਾ ਤੇ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਜ਼ਰੂਰ ਇਨਸ਼ਾਅੱਲਾ, ਜੇ ਸਾਡੇ ਕੋਲ ਕੋਈ ਜਵਾਬ ਹੋਇਆ ਤਾਂ ਜ਼ਰੂਰ ਭਰਾਵਾਂ ਨਾਲ ਸ਼ੇਅਰ ਕਰਾਂਗੇ। ਬਿਲਕੁਲ ਵੀਡੀਓ ਭਰਾਓ,
ਕੋਈ ਵੀ ਸਵਾਲ ਜਵਾਬ ਹੋਵੇ ਤੁਹਾਨੂੰ, ਜਿਸ ਤਰ੍ਹਾਂ ਮੈਂ ਹਰ ਵੀਡੀਓ ਵਿੱਚ ਆਦਾ ਰਹਿਣਾ ਕਿ ਕਮੈਂਟ ਵਿੱਚ ਤੁਸੀਂ ਪੁੱਛਿਆ ਕਰੋ, ਗੱਲ ਸਾਡੇ ਕੋਲ ਪੁੱਛ ਲਿਆ ਕਰੋ। ਹੁਣ ਵੀਡੀਓ ਇਸ ਗੱਲੇ ਲੰਮੀ ਹੋ ਸਕਦੀ ਤੱਕੋ ਹਲੇ ਮੈਂ ਉਹਨਾਂ ਕੋਲੋਂ ਨਹੀਂ ਪੁੱਛਿਆ ਕਿ ਯਾਰ ਤੁਸੀਂ ਕਿਹੜੇ ਕਿਹੜੇ ਘਰਾਂ ਕੋਲੋਂ ਜਿੱਤੇ, ਉਹ 10-15 ਮਿੰਟ ਹੋਰ ਹੋ ਜਾਣੀ ਸੀ ਵੀਡੀਓ ਕਿ ਸ਼ਾਹ ਜੀ ਫਲਾਣੇ ਇਤਨੇ ਅੱਛੇ ਖਿਲਾੜੀਆਂ ਕੋਲੋਂ ਇਸ ਦਫਾ ਉਹ ਜਿੱਤੇ ਨੇ ਜਿਹੜੇ ਟੂਰਨਾਮੈਂਟਾਂ ਵਿੱਚ ਖੇਡਦੇ ਪਏ ਅੱਛੇ ਖਿਲਾੜੀ ਹੈ, ਉਹਨਾਂ ਦੀਆਂ ਬਾਜ਼ੀਆਂ ਵੀ ਲੱਗੀਆਂ ਹੋਈਆਂ। ਇਹ ਨਹੀਂ ਕਿ ਸਿਰਫ ਟੂਰਨਾਮੈਂਟਾਂ 'ਚ ਖੇਡਣੇ ਵਾਲੇ ਸ਼ਿਕਾਰੀ ਹੈ, ਬੜੇ ਚੰਗੇ ਪਲੇਅਰ ਖੇਡਦੇ ਪਏ ਜਿਨ੍ਹਾਂ ਕੋਲੋਂ ਸ਼ਹਿਰਾਂ ਦੀ ਛੱਤ ਜਿੱਤ ਕੇ ਮੀਰਪੁਰ ਤੋਂ ਤੇ ਚੈਂਪੀਅਨ ਬਣੀ ਹੈ। ਤੇ ਚਲੋ ਫਿਰ ਇਨਸ਼ਾਅੱਲਾ ਜਦੋਂ ਉਹਨਾਂ ਦੀ ਗੱਲ ਫਿਰ ਕਿਧਰੇ ਮੁਲਾਕਾਤ ਹੋਈ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਵੀਰਾਂ ਭਰਾਵਾਂ ਦੇ ਨਾਲ ਵਲਾਗ ਬਣਾਵਾਂਗੇ। ਤੇ ਫੀ ਮਾਨ ਅੱਲਾਹ, ਪਾਕਿਸਤਾਨ ਜ਼ਿੰਦਾਬਾਦ, ਯਾਰ ਸਲਾਮਤ ਹੈ, ਸੋਬਤ ਬਾਕੀ।